स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट अजीत भास्कर जी और इंद्रप्रीत जी, दोनों उची आए। बहुत बहुत शुक्रिया रंधावा जी। सारन सत श्री अकाल। ਅੱਜ ਦਾ ਦਿਨ ਪੰਜਾਬ ਦੇ ਵਿੱਚ ਕਾਫੀ ਗਹਿਮਾ ਗਹਿਮੀ ਵਾਲਾ ਦਿਨ ਹੈ। ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤਾਂ ਉਸੇ ਵੇਲੇ ਕੈਬਨਿਟ ਦੀ ਮੀਟਿੰਗ ਡਿਸਾਈਡ ਕਰ ਰਹੀ ਹੋਵੇਗੀ ਕਿ ਵਿਧਾਨ ਸਭਾ ਦੇ ਵਿੱਚ ਬਿਜ਼ਨਸ ਕੀ ਹੋਣਾ ਹੈ। ਵੈਸੇ ਲੰਘੇ ਦਿਨ ਮੁੱਖ ਮੰਤਰੀ ਨੇ ਇਹ ਟਵੀਟ ਕਰਕੇ ਸਾਫ਼ ਕਰਤਾ ਸੀ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ 'ਚ ਅਸੀਂ ਮਤਾ ਲਿਆ ਰਹੇ ਹਾਂ। ਹੁਣ ਜੇ ਉਹ ਮਤਾ ਲਿਆ ਰਿਹਾ ਤਾਂ ਇਹ ਸੋਧ ਕਿਵੇਂ ਹੋਈ? ਕਿਉਂਕਿ ਜੇਕਰ ਤੁਸੀਂ ਸੱਚਮੁੱਚ ਕੋਈ ਸੋਧ ਕਰਨੀ ਹੈ ਤਾਂ ਤੁਹਾਨੂੰ ਬਿੱਲ ਲਿਆਉਣਾ ਪਊਗਾ। ਔਰ ਇਸ ਵੇਲੇ ਮੁੱਖ ਮੰਤਰੀ ਕਿਸ ਤਰ੍ਹਾਂ ਦਾ ਪ੍ਰਸਤਾਵ ਲੈ ਕੇ ਆ ਰਹੇ ਆ, ਇਹ ਕੈਬਨਿਟ ਮੀਟਿੰਗ ਤੋਂ ਬਾਅਦ ਸਾਫ਼ ਹੋ ਜਾਏਗਾ। ਸ਼੍ਰੋਮਣੀ ਕਮੇਟੀ ਇਹਨੂੰ ਧਾਰਮਿਕ ਮਾਮਲਿਆਂ 'ਚ, ਸਿੱਖਾਂ ਦੇ ਮਾਮਲਿਆਂ 'ਚ ਦਖਲ ਨਾਲ ਤਸ਼ਬੀਹ ਦੇ ਰਹੀ ਹੈ, ਲੇਕਿਨ ਸਰਕਾਰ ਇਹਦੇ ਨਾਲ ਕਈ ਨਿਸ਼ਾਨੇ ਸਾਧ ਰਹੀ ਹੈ। ਇਹਦੇ ਨਾਲ ਬਾਦਲ ਪਰਿਵਾਰ ਨੂੰ ਸਿੱਧਾ ਨਿਸ਼ਾਨੇ ਤੇ ਲਿਆ ਜਾ ਰਿਹਾ। ਔਰ ਇਹ ਵੀ ਵੇਖਣ ਵਾਲੀ ਗੱਲ ਆ ਕਿ ਕੀ ਵਿਧਾਨ ਸਭਾ ਕੋਲ ਇਹ ਹੱਕ ਹਕੂਕ ਹੈਗੇ ਨੇ ਕਿ ਉਹ ਕਿਸੇ ਤਰ੍ਹਾਂ ਐਕਟ ਵਿੱਚ ਸੋਧ ਕਰ ਸਕੇ। ਇੱਕ ਹੋਰ ਸਵਾਲ, ਕੀ ਕਿਤੇ ਮੁੱਖ ਮੰਤਰੀ ਹਰਿਆਣੇ ਦੀ ਤਰਜ਼ ਉੱਤੇ ਵੱਖਰਾ ਗੁਰਦੁਆਰਾ ਐਕਟ ਲਿਆਉਣ ਦੀ ਤਿਆਰੀ ਤਾਂ ਨਹੀਂ ਕਰ ਰਹੇ? ਇਸ ਆੜ ਦੇ ਵਿੱਚ, ਇਸ ਪ੍ਰਸਤਾਵ ਦੇ ਨਾਲ ਕੀ ਸਟੇਟ ਆਪਣਾ ਐਕਟ ਵੀ ਬਣਾ ਸਕਦੀ ਹੈ? ਜਿਵੇਂ 1966 ਦੇ ਪੁਨਰਗਠਨ ਐਕਟ ਦੇ ਤਹਿਤ ਹਰਿਆਣੇ ਨੇ ਆਪਣਾ ਕਾਨੂੰਨ ਬਣਾ ਲਿਆ ਤੇ ਵੱਖਰੀ SCPC ਬਣ ਗਈ ਹਰਿਆਣੇ ਦੇ ਵਿੱਚ, ਔਰ ਉਹਨੂੰ ਸੁਪਰੀਮ ਕੋਰਟ ਨੇ ਕਲੀਅਰ ਕਰ ਦਿੱਤਾ, ਜਿਹਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਰੌਲਾ ਤੇ ਪਾਇਆ ਪਰ ਕਰ ਕੁਝ ਨਹੀਂ ਸਕੇ। ਕੀ ਪੰਜਾਬ ਵੀ ਵੱਖਰੇ ਐਕਟ ਨਾਲ ਅੱਗੇ ਵਧੇਗਾ? ਔਰ ਇਹ ਸਵਾਲ ਕਾਫੀ ਦਿਲਚਸਪੀ ਵਾਲਾ ਹੈ ਕਿ ਹੁਣ ਜਦੋਂ ਹਿਮਾਚਲ ਦੀ ਇੱਕ ਸੀਟ ਔਰ ਚੰਡੀਗੜ੍ਹ ਦਾ ਕੁਛ ਏਰੀਆ ਨਾਲ ਰਹਿ ਗਿਆ ਤੇ ਜੇ ਵੱਖਰਾ ਕਾਨੂੰਨ ਬਣ ਜਾਂਦਾ ਹੈ ਤਾਂ ਕਾਫੀ ਕੁਝ ਪੰਜਾਬ ਸਰਕਾਰ ਦੇ ਹੱਥ 'ਚ ਆ ਜਾਏਗਾ। ਇਲੈਕਸ਼ਨਾਂ ਸੌਖੀਆਂ ਹੋ ਜਾਣਗੀਆਂ ਪਰ ਸਰਕਾਰ ਦੀ ਦਖਲਅੰਦਾਜ਼ੀ ਦਾ ਰਾਹ ਵੀ ਪੱਧਰਾ ਹੋ ਜਾਏਗਾ। ਵੈਸੇ ਉੱਪਰਲੀ ਦਖਲਅੰਦਾਜ਼ੀ, ਥੱਲੇ ਦੀ ਦਖਲਅੰਦਾਜ਼ੀ, ਰੌਲੇ ਤਾਂ ਪੈਂਦੇ ਹੀ ਰਹਿਣਗੇ। ਦੂਜਾ ਮਾਮਲਾ ਵੀ ਕਾਫੀ ਦਿਲਚਸਪ ਹੈ। ਅੱਜ ਜਲੰਧਰ ਦੇ ਵਿੱਚ ਅਜੀਤ ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਸਮੂਹ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੂੰ। ਉਹਨਾਂ ਨੇ ਸੱਦਿਆ ਹੋਇਆ ਕਿ ਸਰਕਾਰ ਪ੍ਰੈਸ ਦੀ ਆਜ਼ਾਦੀ ਨਾਲ ਖਿਲਵਾੜ ਕਰ ਰਹੀ ਹੈ, ਗਲਾ ਘੁੱਟ ਰਹੀ ਹੈ। ਸੋ ਉਹਨਾਂ ਨੇ ਦੇਸ਼ ਭਗਤ ਯਾਦਗਾਰ ਹਾਲ ਤੋਂ DC ਦਫ਼ਤਰ ਤੱਕ ਜਾਣਾ। ਇਹ ਇਕੱਠ ਹਜ਼ਾਰਾਂ 'ਚ ਵੀ ਹੋ ਸਕਦਾ। ਔਰ ਤੁਹਾਨੂੰ ਯਾਦ ਹੋਊਗਾ ਜਦੋਂ ਇਹ ਸੱਦਾ ਦਿੱਤਾ ਗਿਆ ਸੀ ਬਰਜਿੰਦਰ ਸਿੰਘ ਹਮਦਰਦ ਵੱਲੋਂ, ਉਸ ਤੋਂ ਥੋੜੀ ਦੇਰ ਬਾਅਦ ਮੁੱਖ ਮੰਤਰੀ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਇਹ ਪ੍ਰੈਸ ਦੀ ਆਜ਼ਾਦੀ ਦਾ ਮਾਮਲਾ ਕਿੱਦਾਂ ਹੋਇਆ? ਇਹ ਤੇ 200 ਕਰੋੜ ਰੁਪਏ ਦੇ ਫੰਡਾਂ ਦਾ ਮਾਮਲਾ, ਜੰਗੇ ਆਜ਼ਾਦੀ ਦੀ ਬਿਲਡਿੰਗ ਨਾਲ ਜੁੜਿਆ ਹੋਇਆ। ਤੇ ਸਾਡੇ ਤੋਂ ਤਾਂ ਉਮੀਦ ਨਾ ਰੱਖਿਓ ਵੀ ਅਸੀਂ ਪੈਰੀਂ ਹੱਥ ਲਾਵਾਂਗੇ ਔਰ ਅਸੀਂ ਜਾਂਚ ਨਹੀਂ ਕਰਾਵਾਂਗੇ। ਜਾਂਚ ਤਾਂ ਹੋਊਗੀ ਭਾਵੇਂ ਕੋਈ ਕਿੰਨਾ ਵੀ ਰਸੂਖਦਾਰ ਹੋਵੇ। ਇਹ ਵੀ ਬੜਾ ਅਹਿਮ ਤੱਥ ਰਹੂਗਾ ਅੱਜ ਦੇਖਣ ਵਾਲਾ ਕਿ ਕਿੰਨੇ ਲੋਕ ਤੇ ਕਿਹੜੇ ਕਿਹੜੇ ਲੀਡਰ ਉੱਥੇ ਪਹੁੰਚਦੇ ਆ। ਜਲੰਧਰ 'ਚ ਹੋਣਗੇ ਮੁੱਖ ਮੰਤਰੀ ਸ਼ਾਮ ਨੂੰ ਅੱਜ, ਇਹ ਵੀ ਦਿਲਚਸਪ ਹੈ। ਤੀਜਾ ਮਾਮਲਾ, ਪੰਜਾਬ ਦੇ ਵਿੱਚ BJP ਦੀ ਮੁਹਿੰਮ ਸ਼ੁਰੂ ਹੋਣ ਵਾਲੀ ਹੈ। ਹੁਣ ਤੋਂ ਥੋੜੀ ਦੇਰ ਬਾਅਦ BJP ਦੇ ਪ੍ਰਦੇਸ਼ ਪ੍ਰਧਾਨ ਇੱਕ ਪ੍ਰੈਸ ਕਾਨਫਰੰਸ ਕਰਨ ਵਾਲੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਕਿਉਂਕਿ ਤੁਸੀਂ ਚੰਡੀਗੜ੍ਹ 'ਚ ਬੈਠੇ ਹੋ, ਅੱਜ ਭਾਸਕਰ ਸਾਹਿਬ ਤਾਂ ਕੇਂਦਰੀ ਸੱਤਾ ਕੋਲੇ ਨੇ, ਦਿੱਲੀ 'ਚ ਨੇ, ਤੁਸੀਂ ਜ਼ਰੂਰ ਮੈਨੂੰ ਇਹ ਸਾਂਝ ਪਵਾਓ ਕਿ ਤਿਆਰੀਆਂ ਕੀ ਨੇ? ਜਿਹੜੀ ਕੈਬਨਿਟ ਹੁਣ ਜੁੜ ਬੈਠੀ ਆ, ਇਹਦੇ ਵਿੱਚ ਕਿਹੜੇ ਪ੍ਰਭਾਵਸ਼ਾਲੀ ਬਿਜ਼ਨਸ ਦਾ ਜ਼ਿਕਰ ਹੋਣ ਵਾਲਾ ਹੈ ਜਿਹਨੂੰ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਹੋ ਸਕਦਾ ਪ੍ਰੈਸ ਕਾਨਫਰੰਸ ਨਾਲ ਦੱਸਿਆ ਵੀ ਜਾਵੇ? ਔਰ ਇਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ, ਸ਼ਰਧਾਂਜਲੀਆਂ ਦੇ ਕੇ ਉੱਠ ਜਾਊ ਜਾਂ ਤੁਹਾਨੂੰ ਲੱਗਦਾ ਹੈ ਕਿ ਅੱਜ ਪਹਿਲੇ ਦਿਨ ਵੀ ਕੋਈ ਕੰਮਕਾਜ ਹੋਣ ਦੀ ਉਮੀਦ ਹੈ? ਕਈ ਵਾਰੀ ਮੌਕੇ ਤੇ ਵੀ ਫੈਸਲੇ ਲਏ ਜਾਂਦੇ ਆ। ਕੀ ਸਥਿਤੀ ਹੈ? ਰੰਧਾਵਾ ਸਾਹਿਬ, ਜਿਹੜਾ ਤੁਸੀਂ ਗੁਰਦੁਆਰਾ ਐਕਟ ਬਾਰੇ ਜਿਹੜਾ ਆ ਰਿਹਾ ਹੈ ਪ੍ਰਸਤਾਵ, ਉਹਨੂੰ ਮਨਜ਼ੂਰੀ ਕੈਬਨਿਟ ਨੇ ਦੇਣੀ ਹੈ। ਇਹ ਸਭ ਤੋਂ ਇੰਪੋਰਟੈਂਟ ਹੈ ਅੱਜ ਦੀ ਡੇਟ, ਕਿਉਂਕਿ ਕੱਲ ਜਿਹੜਾ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਉਹਨੂੰ ਇਹ ਸਭ ਤੋਂ ਵੱਡਾ ਫੈਸਲਾ ਕਿਹਾ, ਔਰ ਉਹ ਹੈ ਵੀ ਵੱਡਾ ਫੈਸਲਾ, ਉਹ ਛੋਟਾ ਨਹੀਂ ਹੈ। ਉਹ ਇਸ ਸੰਦਰਭ 'ਚ ਕਿ ਪਹਿਲੀ ਗੱਲ ਤਾਂ ਇਹ ਤੈਅ ਨਹੀਂ ਕੀਤਾ, ਮੈਨੂੰ ਲੱਗ ਰਿਹਾ ਕਿ ਜਿਵੇਂ ਇਹ ਸਾਰਾ ਜਿਹੜਾ ਬਿਆਨ ਸੀ ਜਾਂ ਉਹਨਾਂ ਦਾ ਟਵੀਟ ਹੈ ਨਾ, ਇਹ ਟੋਟਲ ਪੋਲੀਟੀਕਲ ਜਿਹਾ ਹੈ। ਜਿਵੇਂ ਉਹਨਾਂ ਨੇ ਕੱਲ ਕਿਹਾ ਕਿ ਅਸੀਂ ਜਿਹੜਾ ਗੁਰਦੁਆਰਾ ਐਕਟ 1925 ਹੈ ਉਹਦੇ 'ਚ ਸੰਸ਼ੋਧਨ ਲੈ ਕੇ ਆਵਾਂਗੇ, ਤਾਂ ਸੰਸ਼ੋਧਨ ਤਾਂ ਬਿੱਲ ਨਾਲ ਆਏਗੀ, ਸੰਸ਼ੋਧਨ ਪ੍ਰਸਤਾਵ ਨਾਲ ਨਹੀਂ ਆ ਸਕਦੀ। ਤਾਂ ਇਹ ਜੇ ਤਾਂ ਲੈ ਕੇ ਆ ਰਿਹਾ ਬਿੱਲ, ਤਾਂ ਫਿਰ ਉਹਨੂੰ ਲਿਖਣਾ ਚਾਹੀਦਾ ਸੀ ਕਿ ਬਿੱਲ ਲੈ ਕੇ ਆ ਰਹੇ ਆ। ਕੱਲ ਜਿਹੜਾ ਕੈਬਨਿਟ ਹੋਏਗੀ ਉਹਨੂੰ ਕੈਬਨਿਟ ਪਾਸ ਕਰੇਗੀ ਔਰ ਬਿੱਲ ਜਿਹੜਾ ਹੈਗਾ ਉਹ ਪਰਸੋਂ ਯਾਨੀ 20 ਤਰੀਕ ਨੂੰ ਅਸੀਂ ਪੇਸ਼ ਕਰਾਂਗੇ। ਸੋ ਇਹ ਟਵੀਟ ਬੜਾ ਦੁਵਿਧਾ ਵਾਲਾ, ਇਸ ਤਰ੍ਹਾਂ ਦਾ ਨਹੀਂ ਹੈ। ਉਹਨਾਂ ਨੇ ਕਿਹਾ ਅਸੀਂ ਪ੍ਰਸਤਾਵ ਲੈ ਕੇ ਆਵਾਂਗੇ, ਰੈਜ਼ੋਲੂਸ਼ਨ ਦਾ ਤੁਹਾਨੂੰ ਦੱਸਾਂ ਕਿ ਇੱਕ ਵਾਰੀ 6 ਨਵੰਬਰ 2019 ਚ ਉਸ ਟਾਈਮ ਦੇ ਜਿਹੜੇ ਮੰਤਰੀ ਸੀਗੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹ ਵੀ ਪੇਸ਼ ਕਰ ਚੁੱਕੇ ਹੈ ਕਿ
ਸਾਰੇ ਚੈਨਲਸ ਨੂੰ ਜਿਹੜਾ ਗੁਰਬਾਣੀ ਦਾ ਜਾਂ ਬ੍ਰੌਡਕਾਸਟਿੰਗ ਦਾ ਜਿਹੜਾ ਉਹ ਅਧਿਕਾਰ ਹੈ ਉਹ ਸਾਰਿਆਂ ਨੂੰ ਫ੍ਰੀ ਆਫ ਕਾਸਟ ਕਰ ਦਿਓ, ਖੁੱਲਾ ਕਰ ਦਿਓ, ਉਸ 'ਚ ਕੋਈ ਵੀ ਬੰਦਿਸ਼ ਨਹੀਂ ਹੋਣੀ ਚਾਹੀਦੀ। ਇਹ ਤੁਹਾਨੂੰ ਯਾਦ ਹੋਊਗਾ ਉਦੋਂ ਵੀ ਗੁਰੂ ਨਾਨਕ ਸਾਹਿਬ ਦੇ ਜਿਹੜਾ 550ਵਾਂ ਸਾਲ ਅਸੀਂ ਪ੍ਰਕਾਸ਼ ਪੁਰਬ ਮਨਾਇਆ ਸੀਗਾ, ਉਪ ਰਾਸ਼ਟਰਪਤੀ ਨਾਇਡੂ ਸਾਹਿਬ ਵੀ ਆਏ ਸੀਗੇ, ਬਹੁਤ ਵੱਡਾ ਸਮਾਗਮ ਸੀ ਇੱਥੇ ਜਿਹੜਾ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਕਰਕੇ ਬਣਾਇਆ ਸੀ। ਉਦੋਂ ਤ੍ਰਿਪਤ ਬਾਜਵਾ ਹੋਣਾ ਨੇ ਇਸ ਪ੍ਰਸਤਾਵ ਪਾਰਿਤ ਕਰਕੇ SGPC ਨੂੰ ਭੇਜਿਆ ਸੀਗਾ ਕਿ ਤੁਸੀਂ ਇਸ ਤੇ ਕੰਮ ਕਰੋ, ਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਦੇ ਇਹ ਕਿਹਾ ਸੀਗਾ ਕਿ ਸਾਨੂੰ ਸਭ ਨੂੰ ਮਿਲ ਕੇ ਇਹ ਸੈਲੀਬ੍ਰੇਸ਼ਨ ਕਰਨੀ ਚਾਹੀਦੀ ਹੈ। ਸੋ ਉਹ ਪੋਲੀਟੀਕਲ ਹੈ, ਸੈਲੀਬ੍ਰੇਸ਼ਨਸ ਵੀ ਇਕੱਠੀਆਂ ਨਹੀਂ ਹੋਈਆਂ, ਤੇ ਨਾ ਹੀ ਜਿਹੜਾ SGPC ਨੂੰ ਉਹ ਦਿੱਤਾ ਗਿਆ ਸੀ ਪ੍ਰਸਤਾਵ ਪਾਰਿਤ ਕਰਕੇ ਵਿਧਾਨ ਸਭਾ ਵੱਲੋਂ, ਨਾ ਹੀ ਉਸ ਤੇ ਕੋਈ ਅਮਲ ਹੋਇਆ। ਉਹ ਅੱਜ ਵੀ ਇੱਕੋ ਹੀ TV ਚੈਨਲ ਕੋਲੇ ਅਧਿਕਾਰ ਦਿੱਤਾ ਹੋਇਆ। ਹੁਣ ਇੱਥੇ ਵੀ ਇੱਕ ਕਨਫਿਊਜ਼ਨ ਜਾਂ ਕ੍ਰੀਏਟ ਕਰਤਾ। ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਕਿਸੇ ਵੀ ਐਕਟ 'ਚ ਸੰਸ਼ੋਧਨ ਜਿਹੜਾ ਹੁੰਦਾ ਹੈ ਉਹ ਬਿੱਲ ਰਾਹੀਂ ਹੁੰਦਾ ਹੈ, ਪ੍ਰਸਤਾਵ ਰਾਹੀਂ ਨਹੀਂ ਹੁੰਦਾ। ਕਿ ਗਵਰਨਮੈਂਟ ਇੱਕ ਪ੍ਰਸਤਾਵ ਪਾਰਿਤ ਕਰਕੇ ਪਾਰਲੀਮੈਂਟ ਨੂੰ ਭੇਜਣਾ ਚਾਹੁੰਦੀ ਹੈ ਕਿਉਂਕਿ ਇਹ ਐਕਟ ਪਾਰਲੀਮੈਂਟ ਦਾ ਹੈ, ਔਰ ਪਾਰਲੀਮੈਂਟ ਵੀ ਕੋਈ ਅਗਰ ਸੰਸ਼ੋਧਨ ਕਰਨਾ ਚਾਹੁੰਦੀ ਹੈ ਉਦੋਂ ਤੱਕ ਹੀ ਕਰੂਗੀ ਜਦੋਂ 2/3 ਬਹੁਮਤ ਨਾਲ SGPC ਉਹਨੂੰ ਪਾਸ ਕਰਕੇ ਭੇਜੇਗੀ। ਸੋ ਇਹਦੇ 'ਚ ਹਜੇ ਵੀ ਬੜਾ ਕਨਫਿਊਜ਼ਨ ਹੈ। ਹਾਂ, ਇਹਦੇ 'ਚ ਜਿਹੜੀ ਗੱਲ ਤੁਸੀਂ ਕਹੀ ਸੀ ਕਿ ਇਹਦੀਆਂ ਤਿਆਰੀਆਂ ਪਿਛਲੇ 15 ਦਿਨ ਤੋਂ ਚੱਲ ਰਹੀਆਂ ਨੇ, ਮੈਨੂੰ ਇਹਦੀ ਸੰਤੋਸ਼ ਸੀ ਕਿ 15 ਦਿਨ ਤੋਂ ਤਿਆਰੀਆਂ ਦੀਆਂ ਚੱਲ ਰਹੀਆਂ ਨੇ। ਹੋ ਗਿਆ ਸੀ, ਇੱਕ ਲਾਈਨਰ ਹੀ ਗਿਆ ਹੋਇਆ, ਸਿਰਫ ਇੱਕ ਲਾਈਨ ਹੀ ਐਡ ਕਰਨੀ ਹੈ ਕਿ ਗੁਰਬਾਣੀ ਦਾ ਜਿਹੜਾ ਅਧਿਕਾਰ ਹੈ, ਪ੍ਰਸਾਰਣ ਦਾ ਜਿਹੜਾ ਅਧਿਕਾਰ ਹੈ, ਉਹ ਸਾਰਿਆਂ ਨੂੰ ਫ੍ਰੀ ਆਫ ਕਾਸਟ ਕੀਤਾ ਜਾਏ। ਕਾਨੂੰਨ ਜਿਹੜਾ ਵਿਭਾਗ ਹੈਗਾ ਉਹਨੇ ਵੀ ਇਹਦੇ ਤੇ ਆਪਣੀ ਰਾਏ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਹਾਂ ਤੁਸੀਂ ਸੰਸ਼ੋਧਿਤ ਕਰ ਸਕਦੇ ਹੋ। ਉਹ ਇਸ ਕਰਕੇ ਉਹਨਾਂ ਨੇ ਕਿਹਾ, ਜੋ ਮੈਨੂੰ ਪਤਾ ਚੱਲਿਆ ਕਿ ਜਦੋਂ ਤੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਹੋਈ ਹੈ ਤਾਂ ਇਹ ਹੋਇਆ ਵੀ ਜੇ ਉਹ ਅਲੱਗ ਬਣ ਸਕਦੀ ਹੈ SGPC ਨੂੰ ਤੋੜ ਕੇ ਹੀ, ਤਾਂ ਫਿਰ ਉਸੇ ਐਕਟ ਦੇ ਵਿੱਚ ਇੱਕ ਸੰਸ਼ੋਧਨ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ। ਸੋ ਇਹਦੇ ਵਿੱਚ ਹਜੇ ਬਹੁਤ ਸਾਰੀਆਂ ਕਲੈਰਿਟੀਆਂ ਆਉਣੀਆਂ ਬਾਕੀ ਨੇ। ਜਦ ਤੱਕ ਪੂਰਾ ਬਿੱਲ ਸਾਡੇ ਸਾਹਮਣੇ ਨਹੀਂ ਆਉਂਦਾ ਔਰ ਉਸ ਤੇ ਬਹਿਸ ਨਹੀਂ ਹੁੰਦੀ ਅੰਦਰ, ਤਾਂ ਤੱਕ ਇਹ ਕਹਿਣਾ ਔਖਾ ਹੈ ਕਿ ਅੱਜ ਪ੍ਰਸਤਾਵ ਲੈ ਕੇ ਆਣਗੇ ਕਿ ਬਿੱਲ ਲੈ ਕੇ ਆਣਗੇ। ਸਵਾਲ ਇਹ ਹੈ, ਤੁਹਾਡੇ ਲਈ ਸਵਾਲ ਹੈ, ਤੁਸੀਂ ਬਹੁਤ ਕਲੈਰਿਟੀ ਕਰਦੀ ਹੈ ਕਿ ਪ੍ਰਸਤਾਵ ਤੇ ਬਿੱਲ, ਪ੍ਰਸਤਾਵ ਹੁੰਦਾ ਇੱਕ ਸੁਜੈਸ਼ਨ, ਔਰ ਪ੍ਰਸਤਾਵ ਜਿਹੜਾ ਉਹ ਬਹੁਤ ਸਾਰੇ ਪਹਿਲਾਂ ਵੀ ਸਰਕਾਰ ਕੋਲ ਵੀ ਪਏ, ਆਪਣੀ ਜਿਨ੍ਹਾਂ ਦੀ ਵਿਧਾਨ ਸਭਾ ਦੇ ਵਿੱਚ ਮੈਜੋਰਟੀ ਉਹਨਾਂ ਨੇ ਪਾਸ ਕਰਕੇ ਆਪਣੀ ਸਰਕਾਰਾਂ ਨੂੰ ਦਿੱਤੇ ਹੋਏ ਆ ਵੀ ਇੱਥੇ ਕਰੋ ਜੀ, ਤੇ ਸ਼੍ਰੋਮਣੀ ਕਮੇਟੀ ਨੂੰ ਵੀ ਦਿੱਤਾ ਹੋਇਆ, ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪੇਸ਼ ਕੀਤਾ ਹੋਇਆ ਮਤਾ। ਹੁਣ ਮੈਨੂੰ ਇਹ ਗੱਲ ਦੱਸੋ ਕਿ ਸੋਧ ਕਿੱਦਾਂ ਹੋਈ? ਤੁਸੀਂ ਕਹਿ ਰਹੇ ਹੋ ਬਾਰ-ਬਾਰ ਅਮੈਂਡਮੈਂਟ, ਸੋਧ, ਤਰਮੀਮ, ਇਹ ਕਿੱਦਾਂ ਹੋਈ? ਜਾਂ ਤਾਂ ਨਵਾਂ ਬਿੱਲ ਆਊਗਾ, ਨਵਾਂ ਕਾਨੂੰਨ ਬਣੂਗਾ। ਜਿਹੜਾ ਕਾਨੂੰਨ ਤੁਸੀਂ ਪਹਿਲਾਂ ਬਣਾਇਆ ਹੀ ਨਹੀਂ ਆਪ, ਉਹ ਪਾਰਲੀਮੈਂਟ 'ਚ ਬਣਿਆ ਹੋਇਆ, ਉਹਨੂੰ ਤੁਸੀਂ ਕਿਵੇਂ ਸੋਧ ਸਕਦੇ ਹੋ? ਮੈਨੂੰ ਇੰਦਰਪ੍ਰੀਤ ਜੀ ਸਿਰਫ ਇੰਨੀ ਕੁ ਵਿਆਖਿਆ ਦਿਓ ਕਿ ਜਿਹੜੀ ਸੋਧ ਦੀ ਗੱਲ ਹੋ ਰਹੀ ਆ, ਜੇਕਰ ਤੁਸੀਂ ਕੋਈ ਕਾਨੂੰਨ ਆਪ ਪਹਿਲਾਂ ਬਣਾਇਆ ਹੀ ਨਹੀਂ, ਉਹ ਕਾਨੂੰਨ ਪਾਰਲੀਮੈਂਟ ਦਾ, ਤੇ ਉਹਦੇ ਵਿੱਚ ਤੁਸੀਂ ਸੋਧਣ ਦਾ ਅਧਿਕਾਰ ਕਿਵੇਂ ਰੱਖਦੇ ਹੋ? ਤੁਸੀਂ ਆਪਣਾ ਕਾਨੂੰਨ ਨਵਾਂ ਤੇ ਬਣਾ ਸਕਦੇ ਹੋ, ਔਰ ਉਹ ਕਾਨੂੰਨ ਤੁਸੀਂ ਆਪਣੀ ਸਟੇਟ ਦੇ ਵਿੱਚ ਆਪਣੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੀ ਹੈਸੀਅਤ ਦੇ ਵਿੱਚ ਸਦਨ ਵੱਲੋਂ ਬਣਾ ਸਕਦੇ ਹੋ, ਤੇ ਉਹ ਤੁਸੀਂ ਅੱਗੇ ਭੇਜ ਸਕਦੇ ਹੋ। ਫਿਰ ਪਾਰਲੀਮੈਂਟ ਉਹਦੇ ਉੱਤੇ ਕੀ ਅਸਰ ਕਰਦੀ ਆ, ਨਹੀਂ ਕਰਦੀ ਆ, ਉਹ ਪਿਆ ਰਹਿੰਦਾ ਜਾਂ ਅਮਲ 'ਚ ਆ ਜਾਂਦਾ, ਇਹ ਸਵਾਲ ਤਾਂ ਵੱਖਰਾ ਹੋ ਸਕਦਾ। ਪਰ ਕੀ ਤੁਸੀਂ ਜਿਸ ਕਾਨੂੰਨ ਨੂੰ ਪਹਿਲਾਂ ਤੁਹਾਡੇ ਕੋਲ ਬਣਿਆ ਹੀ ਨਹੀਂ, ਤੁਹਾਡੀ ਵਿਧਾਨ ਸਭਾ 'ਚ ਕਦੇ ਉਹ ਆਇਆ ਹੀ ਨਹੀਂ, ਉਹਦੇ ਵਿੱਚ ਤੁਸੀਂ ਸੋਧ ਕਿਵੇਂ ਕਰ ਸਕਦੇ ਹੋ? ਰੰਧਾਵਾ ਸਾਹਿਬ, ਇਸ ਦਾ ਪ੍ਰੋਵੀਜ਼ਨ ਤਾਂ ਹੈਗਾ ਹੈ, ਕਿਉਂਕਿ ਜਿਹੜੇ ਵੀ ਗਵਰਨਮੈਂਟ ਆਫ ਇੰਡੀਆ ਵੀ ਜਿਹੜੇ ਐਕਟ ਬਣਾਉਂਦੀ ਹੈ, ਜਿਵੇਂ IPC ਹੈ, IPC ਦੇ ਵਿੱਚ ਵੀ ਸਟੇਟਾਂ ਸੰਸ਼ੋਧਨ ਕਰਦੀਆਂ ਨੇ, ਫਿਰ ਕਰਕੇ ਰਾਸ਼ਟਰਪਤੀ ਨੂੰ ਭੇਜ ਦਿੰਦੀਆਂ ਨੇ। ਇੱਥੇ ਮਾਮਲਾ ਦੂਜਾ ਹੈ। ਇੱਥੇ ਦਿੱਕਤ ਇਹ ਹੈਗੀ ਹੈ ਵੀ SGPC ਦੇ ਐਕਟ ਦੇ ਵਿੱਚ ਅਗਰ ਕੋਈ ਸੰਸ਼ੋਧਨ ਹੋਣਾ ਹੈ ਤਾਂ ਉਹ ਉਦੋਂ ਤੱਕ ਨਹੀਂ ਹੋ ਸਕਦਾ ਜਦ ਤੱਕ SGPC ਰਿਕਮੈਂਡ ਕਰਕੇ ਨਹੀਂ ਭੇਜਦੀ। ਪਰ ਕਿਉਂਕਿ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਸਾਡੇ ਸਾਹਮਣੇ ਹੈ, ਉਹ SGPC ਵੱਲੋਂ ਨਹੀਂ ਵੀ ਭੇਜਿਆ ਹੋਇਆ, ਪਰ ਫਿਰ ਵੀ ਸੁਪਰੀਮ ਕੋਰਟ ਨੇ ਅਲੱਗ ਤੋਂ ਇੱਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਤੀ ਹੈ, ਐਸਟੈਬਲਿਸ਼ ਹੋ ਗਈ ਹੈ। ਹੁਣ ਇੱਥੇ ਵੀ ਸਵਾਲ ਉਹੀ ਆ ਗਿਆ ਦੁਬਾਰਾ ਫਿਰ ਕਿ ਜੇ ਉਹ ਬਣਾ ਸਕਦੀ ਹੈ ਤਾਂ ਇਹ ਸਰਕਾਰ ਨੂੰ ਕੀ ਐਕਟ ਦੇ ਵਿੱਚ ਹੈਗਾ ਰਾਈਟ? ਪਰ ਕਿਉਂਕਿ ਹਜੇ ਵੀ ਇਹ 3 ਸਟੇਟਾਂ ਹਜੇ ਵੀ ਇਹਦੇ ਵਿੱਚ ਹੈਗੀਆਂ ਨੇ, ਪੰਜਾਬ ਵੀ ਹੈਗਾ, ਹਿਮਾਚਲ ਵੀ ਹੈਗਾ, ਔਰ ਜਿਹੜਾ ਹੈ UT ਚੰਡੀਗੜ੍ਹ ਵੀ ਹੈਗਾ, ਤਾਂ 3 ਸਟੇਟਾਂ ਹਜੇ ਵੀ ਹੈਗੀਆਂ ਨੇ। ਤਾਂ ਕੀ ਇਹਦੇ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ?
ਜਾਂ ਇਹ ਸੰਸ਼ੋਧਨ ਕਰਨਗੇ ਔਰ ਪਾਰਲੀਮੈਂਟ ਨੂੰ ਭੇਜ ਦੇਣਗੇ ਤਾਂ ਪਾਰਲੀਮੈਂਟ ਇਸ ਤੇ ਮੋਹਰ ਲਗਾਊਗੀ। ਸੋ ਇਸ ਤਰ੍ਹਾਂ ਦੇ ਹਜੇ ਬਹੁਤ ਸਾਰੇ ਕਾਨੂੰਨੀ ਪੇਚੀਦਗੀਆਂ ਵਾਲੇ ਸਵਾਲ ਇਹਦੇ ਵਿੱਚ ਹੈਗੇ ਨੇ, ਕਲੈਰਿਟੀ ਨਹੀਂ ਹੈਗੀ। ਨਾ ਹੀ ਦੇਖੋ ਤੁਸੀਂ ਕੱਲ ਜਿਹੜਾ ਮੁੱਖ ਮੰਤਰੀ ਨੇ ਵੀ ਟਵੀਟ ਕੀਤਾ ਹੈਗਾ, ਉਹਦੇ ਵਿੱਚ ਵੀ ਕੋਈ ਕਲੈਰਿਟੀ ਨਹੀਂ ਹੈ। ਉਹ ਕਹਿ ਰਿਹਾ ਸੀ ਪ੍ਰਸਤਾਵ ਲੈ ਕੇ ਆਵਾਂਗੇ। ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਕਿਸੇ ਵੀ ਐਕਟ 'ਚ ਸੰਸ਼ੋਧਨ ਉਦੋਂ ਤੱਕ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਬਿੱਲ ਨਹੀਂ ਲੈ ਕੇ ਆਉਂਦੇ। ਜਦੋਂ ਬਿੱਲ ਹੀ ਨਹੀਂ ਆ ਰਿਹਾ ਤਾਂ ਫਿਰ ਸੰਸ਼ੋਧਨ ਕਿਸ ਚੀਜ਼ ਦਾ ਹੋਏਗਾ? ਸੋ ਇਹ ਕਨਫਿਊਜ਼ਨ ਹੈ। मतलब आज कैबिनेट च या तो पता चलेगा कि वो प्रस्ताव ਨੂੰ मंजूरी दे रहा है या बिल ਨੂੰ मंजूरी दे रहा। वो ਜਦੋਂ तक ये आज कैबिनेट तो बाहर नहीं आंदा ਤਾਂ तक एक चीज पता नहीं लग पाएगी। ਭਾਸਕਰ ਸਾਹਿਬ, ਹਰਿਆਣੇ ਨੇ ਜਿਹੜਾ ਬਣਾਇਆ ਆਪਣਾ ਵੱਖਰਾ ਐਕਟ, ਉਹ 1966 ਦੇ ਪੁਨਰਗਠਨ ਐਕਟ ਉੱਤੇ ਟਿਕਿਆ ਹੋਇਆ। ਉਹਨਾਂ ਦਾ ਆਧਾਰ ਵੀ ਇਹੀ ਸੀਗਾ ਕਿ 1966 ਤੋਂ ਬਾਅਦ ਹਰਿਆਣੇ ਦੇ ਲੋਕਾਂ ਦੀ ਰਾਏ ਨੂੰ ਧਿਆਨ 'ਚ ਰੱਖਦਿਆਂ ਇਹ ਵਿਧਾਨ ਸਭਾ ਆਪਣੇ ਲੋਕਾਂ ਲਈ ਕਾਨੂੰਨ ਬਣਾ ਸਕਦੀ ਹੈ। ਔਰ ਇਹੋ ਜਿਹੇ ਮਾਮਲੇ ਕਈ ਵਾਰੀ ਸੁਪਰੀਮ ਕੋਰਟ ਦੇ ਵਿੱਚ ਆਏ ਨੇ ਤੇ ਉਹਨਾਂ ਕੋਲੇ ਹੱਕ ਹਕੂਕ ਸੀਗਾ ਕਿ ਉਹ ਇੱਕ ਨਵੀਂ ਟੈਰੀਟਰੀ ਹੈ ਉਹਦੇ ਲੋਕਾਂ ਦੀ ਇੱਛਾ ਅਨੁਸਾਰ ਉਹ ਬਣਾ ਸਕਣ, ਕਿਉਂਕਿ ਉਹ ਲੋਕਾਂ ਤੋਂ ਚੁਣ ਕੇ ਆ ਰਹੇ ਨੇ ਜਿੰਨੇ ਬੰਦੇ ਵਿਧਾਨ ਸਭਾ 'ਚ ਬੈਠੇ ਆ। ਤੇ ਉਹਨੂੰ ਸੁਪਰੀਮ ਕੋਰਟ ਨੇ ਮੋਹਰ ਲਾਤੀ ਵੀ ਹਾਂ ਇਹ ਆਪਣੇ ਲੋਕਾਂ ਲਈ ਕਾਨੂੰਨ ਬਣਾਉਣ ਦੇ ਸਮਰੱਥ ਹੈ। ਹੁਣ ਸਿੱਖ ਉੱਥੇ ਬੈਠੇ ਨੇ, ਸਿੱਖ ਚਾਹੁੰਦੇ ਨੇ ਵੱਖਰਾ ਐਕਟ ਬਣ ਜੇ, ਜਾਂ ਤਾਂ ਉੱਥੋਂ ਕੋਈ ਮੂਵ ਹੁੰਦੀ ਸਿੱਖ ਦੇ ਖਿਲਾਫ ਹੁੰਦੇ। ਸਿੱਖ ਉੱਥੋਂ ਦੇ ਉੱਠੇ ਨਹੀਂ ਇਹਦੇ ਖਿਲਾਫ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਅਜੇ ਤੱਕ ਉਹਨੂੰ ਪ੍ਰਵਾਨਗੀ ਨਹੀਂ ਦਿੰਦੀ, ਵੱਖਰੀ ਗੱਲ ਆ, ਪਰ ਸੰਵਿਧਾਨਕ ਤੌਰ ਤੇ ਉਹ ਆਪਣਾ ਕੰਮਕਾਜ ਚਲਾ ਰਹੇ ਨੇ। ਕੀ ਪੰਜਾਬ ਵਿਧਾਨ ਸਭਾ ਦੇ ਵਿੱਚ ਗੁਰਦੁਆਰਾ ਐਕਟ ਜਿੱਦਾਂ ਹਰਿਆਣੇ ਦੀ ਤਰਜ਼ ਤੇ ਆਇਆ, ਇਹ ਵੀ ਇੱਕ, ਕਿਉਂਕਿ ਕਈ ਵਾਰੀ ਸਲਾਹਕਾਰ ਤੁਹਾਡੀ ਕੰਨ 'ਚ ਇਹੋ ਜਿਹੀ ਫੂਕ ਮਾਰ ਦਿਆ ਕਰਦੇ ਆ, ਕੀ ਕਿਹਾ ਤਾਂ ਇਹ ਗਿਆ ਕਿ ਅਸੀਂ ਗੁਰਬਾਣੀ ਪ੍ਰਸਾਰਨ ਵਾਲੇ ਮਾਮਲੇ 'ਚ ਮਤਾ ਲਿਆ ਰਹੇ ਹਾਂ ਤੇ ਇੰਦਰਪ੍ਰੀਤ ਕਹਿ ਰਿਹਾ ਕਿ ਉਹ ਬਿੱਲ ਹੋਣਾ ਚਾਹੀਦਾ ਜੇ ਕੁਝ ਸੋਧ ਕਰਨੀ ਹੈ। ਮੈਂ ਕਹਿ ਰਿਹਾ ਕਿ ਕਿਤੇ ਪੂਰਾ ਸੋਰਾ ਐਕਟ ਬਣਾਉਣ ਦੀ ਤਿਆਰੀ ਤਾਂ ਨਹੀਂ ਆ ਗਈ ਵੀ ਅਸੀਂ ਵੀ ਹਰਿਆਣੇ ਦੀ ਤਰਜ਼ ਤੇ ਵੱਖਰੀ ਸ਼੍ਰੋਮਣੀ ਕਮੇਟੀ ਜਿਹੜੀ ਪੰਜਾਬ ਦੀ ਹੋਵੇ, ਜਿਹਦੀ ਇਲੈਕਸ਼ਨ ਕਰਵਾਉਣ ਦਾ ਹੱਕ ਸਟੇਟ ਕੋਲ ਹੋਵੇ, ਸਟੇਟ ਦੀ ਉਹਦੇ ਵਿੱਚ ਦਖਲਅੰਦਾਜ਼ੀ ਵੀ ਹੋ ਜਾਊਗੀ। ਫਿਰ ਹੁਣ ਜਿੰਨਾ ਚਿਰ ਕੇਂਦਰੀ ਸੱਤਾ ਨਹੀਂ ਚਾਹੁੰਦੀ ਪੰਜਾਬ 'ਚ ਇਲੈਕਸ਼ਨ ਨਹੀਂ ਹੁੰਦੀ। ਗੁਰਦੁਆਰਾ ਚੋਣ ਕਮਿਸ਼ਨ ਵੀ ਉਹਨਾਂ ਨੇ ਨਿਯੁਕਤ ਕਰਨੇ ਆ ਤੇ ਬਾਕੀ ਵੀ ਪ੍ਰਕਿਰਿਆ ਉਹਨਾਂ ਦੀ ਹਰੀ ਝੰਡੀ ਤੋਂ ਬਾਅਦ ਤੁਰਦੀ ਆ। ਕਿਤੇ ਪੰਜਾਬ ਸਰਕਾਰ ਦੀ ਇਹ ਮਨਸ਼ਾ ਤਾਂ ਨਹੀਂ ਕਿ ਉਹ ਹਰਿਆਣੇ ਦੀ ਤਰਜ਼ ਤੇ ਪੰਜਾਬ ਸਟੇਟ ਲਈ ਵੱਖਰਾ ਗੁਰਦੁਆਰਾ ਐਕਟ ਲੈ ਆਉਣ? ਆਖਰੀ ਮੂਮੈਂਟ ਤੇ ਇੰਜ ਵੀ ਹੋ ਸਕਦਾ ਕਿ ਜੀ ਬਿਲਕੁਲ ਤਿਆਰੀ ਉਸੇ ਗੱਲ ਦੀ ਹੈਗੀ ਹੈ। ਕਾਰਨ ਕਿ ਸਰਕਾਰ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਕੇਂਦਰ ਦੇ ਬਣਾਏ ਹੋਏ ਐਕਟ ਦੇ ਵਿੱਚ ਉਹ ਕਿਸੇ ਵੀ ਤਰੀਕੇ ਦਾ ਸੰਸ਼ੋਧਨ ਪਾਸ ਨਹੀਂ ਕਰ ਸਕਦੇ। ਰੈਜ਼ੋਲੂਸ਼ਨ ਪਾਸ ਕਰ ਸਕਦੇ ਨੇ, ਉਹ ਰੈਜ਼ੋਲੂਸ਼ਨ ਵੀ ਜਾਏਗਾ ਕੇਂਦਰ ਸਰਕਾਰ ਕੋਲ, ਫਿਰ ਕੇਂਦਰ ਸਰਕਾਰ ਦੀ ਮਰਜ਼ੀ ਹੋਏਗੀ ਕਿ ਉਸ ਰੈਜ਼ੋਲੂਸ਼ਨ ਨੂੰ ਦੇ ਵਿੱਚ ਸਜੈਸਟ ਕੀਤੇ ਹੋਏ ਅਮੈਂਡਮੈਂਟ ਨੂੰ ਉਹ ਸੈਂਟਰਲ ਐਕਟ ਦੇ ਵਿੱਚ ਲਿਆਂਦੇ ਆ ਕਿ ਨਹੀਂ ਲਿਆਂਦੇ। ਗੱਲ ਤੇ ਉੱਥੇ ਖੜੀ ਹੈ ਕਿ ਨਵੇਂ ਐਕਟ ਦੀ। ਹੁਣ ਐਸਜੀਪੀਸੀ ਦੀ ਗੱਲ ਕਰੀਏ, ਐਸਜੀਪੀਸੀ ਨੇ 2014 ਦੇ ਵਿੱਚ ਜਦ ਹੁੱਡਾ ਸਰਕਾਰ ਵੱਖਰੀ ਐਸਜੀਪੀਸੀ ਦਾ ਬਿੱਲ ਲੈ ਕੇ ਆਂਦੀ ਹੈ ਆਪਣੀ ਵਿਧਾਨ ਸਭਾ ਦੇ ਵਿੱਚ, ਤਦ ਉਹ ਕਾਂਗਰਸ ਦਾ ਵਿਰੋਧ ਕਰਦੇ ਨੇ। ਔਰ ਜਦ ਇਹ ਬਿੱਲ ਐਕਟ ਦੇ ਰੂਪ ਵਿੱਚ ਚੇਂਜ ਹੋ ਜਾਂਦਾ ਹੈ, ਨਵੀਂ ਐਸਜੀਪੀਸੀ ਵੱਖਰੀ ਹਰਿਆਣਾ ਦੀ ਬਣ ਜਾਂਦੀ ਹੈ, ਉਸ ਟਾਈਮ ਹੁੰਦੀ ਹੈ ਭਾਜਪਾ ਦੀ ਸਰਕਾਰ, ਉਹ ਭਾਜਪਾ ਸਰਕਾਰ ਦਾ ਵਿਰੋਧ ਕਰਦੇ ਨੇ। ਸੁਪਰੀਮ ਕੋਰਟ ਦੀ ਲੱਗ ਜਾਂਦੀ ਹੈ ਉਹਦੇ ਉੱਤੇ ਮੋਹਰ, ਉਹ ਸੁਪਰੀਮ ਕੋਰਟ ਦਾ ਵੀ ਵਿਰੋਧ ਕਰਦੇ ਨੇ, ਉਹਦੇ ਵਿੱਚ ਰਿਵਿਊ ਪਟੀਸ਼ਨ ਪਾਉਂਦੇ ਨੇ, ਪਰ ਕੁਝ ਹਾਸਿਲ ਨਹੀਂ ਹੋਇਆ। ਇਹ ਸਾਰੀ ਗੱਲਾਂ ਦੇ ਬਾਵਜੂਦ ਜੇ ਪੰਜਾਬ ਸਰਕਾਰ ਵੀ ਆਪਣਾ ਇੱਕ ਵੱਖਰਾ ਪੰਜਾਬ ਦਾ ਗੁਰਦੁਆਰਾ ਐਕਟ ਜਾਂ ਕੋਈ ਹੋਰ ਕਾਨੂੰਨ ਬਣਾਉਂਦੀ ਹੈ ਤੇ ਉਹਦੇ ਵਿੱਚ ਕੀ ਐਸਜੀਪੀਸੀ ਕੋਈ ਕਿਸੇ ਵੀ ਤਰੀਕੇ ਦਾ ਦਖਲ ਦੇ ਚੁੱਕੀ। ਇਸ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਠੀਕ ਕਿਹਾ, ਇੰਦਰਪ੍ਰੀਤ ਉਹਨਾਂ ਨੇ 2019 ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਸੀ, ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਗਾਂਧੀ ਪਰਿਵਾਰ ਤੋਂ ਹਰੀ ਝੰਡੀ ਨਹੀਂ ਮਿਲੀ। ਤੁਹਾਨੂੰ ਯਾਦ ਹੋਏਗਾ ਜਿਸ ਤਰੀਕੇ ਨਾਲ ਅੰਮ੍ਰਿਤਸਰ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ, ਐਸਜੀਪੀਸੀ ਦੀ ਚੋਣਾਂ ਸੀਗੀ, ਔਰ ਉਸ ਟਾਈਮ ਲਾਸਟ ਮਿੰਟ ਤੇ ਉਹ ਫੌਜਾਂ ਵਾਪਸ ਬੁਲਾ ਲਈ ਸੀ ਔਰ ਉਹ ਪੀਸਫੁਲੀ ਇਲੈਕਸ਼ਨ ਹੋ ਗਏ ਸੀ, ਸਿਰਫ ਔਰ ਸਿਰਫ ਇਸ ਕਰਕੇ ਕਿ ਗਾਂਧੀ ਪਰਿਵਾਰ ਕਿਸੇ ਵੀ ਤਰੀਕੇ ਨਾਲ ਸਿੱਖ ਜਾਂ ਸਿੱਖੀ ਦੇ ਵਿੱਚ ਇੰਟਰਫੇਅਰ ਨਹੀਂ ਕਰਦਾ ਸੀਗਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਹਰੀ ਝੰਡੀ ਨਹੀਂ ਮਿਲੀ ਸੀਗੀ। ਹੁਣ ਅੱਜ ਦੀ ਇਹ ਮਾਜਰਾ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਾਰਜਕਾਲ ਦਾ, ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਔਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਉਹਨਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਗੱਲ ਕੀਤੀ ਸੀ ਔਰ ਉਹਨਾਂ ਨੇ ਵਨ ਲਾਈਨਰ ਕੈਪਟਨ ਅਮਰਿੰਦਰ ਸਿੰਘ ਨੂੰ ਵਰਜਿਤ ਦਿੱਤਾ ਸੀ ਕਿ ਸਿੱਖਾਂ ਦੇ ਮਾਮਲਿਆਂ 'ਚ ਕਾਂਗਰਸ ਨੂੰ ਦਖਲ ਦੇਣ ਦਾ ਕੋਈ ਲੋੜ ਨਹੀਂ। ਬਿਲਕੁਲ ਠੀਕ ਕਹਿ ਰਹੇ ਹੋ। ਔਰ ਸਭ ਤੋਂ ਵੱਡੀ ਗੱਲ ਹੈਗੀ ਹੈ, ਤੁਸੀਂ ਇਹ ਦੇਖੋ ਕਿ ਇਹ ਸੰਸ਼ੋਧਨ ਦੀ ਗੱਲ, ਰੈਜ਼ੋਲੂਸ਼ਨ ਦੀ ਗੱਲ, ਵੱਖਰੇ ਐਕਟ ਦੀ ਗੱਲ ਅਸੀਂ ਕਰ ਰਹੇ ਹਾਂ। ਇਹ ਕਿਉਂ ਕਰ ਰਹੇ ਹਾਂ? ਸਿਰਫ ਔਰ ਸਿਰਫ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਰਾਈਟ ਸਾਰੇ ਚੈਨਲਾਂ ਨੂੰ ਮਿਲਣਾ ਚਾਹੀਦੇ ਹੈ। ਇਹਦੇ ਪਿੱਛੇ ਪਰਸੈਪਸ਼ਨ ਕੀ ਹੈ ਔਰ ਪੋਲਿਟਿਕਸ ਕੀ ਹੈ? ਸਿੱਧਾ ਵਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਹੈ, ਕਿਉਂਕਿ ਗੁਰਬਾਣੀ ਦੇ ਹਜੇ ਤੱਕ ਰਾਈਟ ਪੀਟੀਸੀ ਚੈਨਲ ਨੂੰ ਹੈ,
ਪੀਟੀਸੀ ਚੈਨਲ ਹੈਗਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ, ਤੇ ਜਦ ਸਿੱਖਾਂ ਦੇ ਰਿਲੀਜੀਅਸ ਮਾਮਲੇ ਦੇ ਵਿੱਚ ਅਫੇਅਰ ਦੇ ਉੱਤੇ ਆਬਜੈਕਸ਼ਨ ਧਾਮੀ ਸਾਹਿਬ ਉਠਾਉਂਦੇ ਨੇ, ਤੇ ਇਹ ਨੈਰੇਟਿਵ ਕੌਮ ਦੇ ਵਿੱਚ ਵੀ ਸਹੀ ਤਰੀਕੇ ਨਾਲ ਨਹੀਂ ਜਾ ਰਿਹਾ। ਕੌਮ ਦੇ ਵਿੱਚ ਵੀ ਇਸ ਗੱਲ ਦਾ ਵਿਰੋਧ ਹੋ ਰਿਹਾ ਕਿ ਇੱਕ ਪਰਿਵਾਰ ਦੇ ਚੈਨਲ ਨੂੰ ਕਿਸ ਤਰੀਕੇ ਨਾਲ ਸਪੋਰਟ ਕੀਤੀ ਜਾ ਰਹੀ ਹੈ। ਹਾਲਾਂਕਿ ਟੈਕਨੀਕਲ ਤੌਰ ਤੇ ਦੇਖਿਆ ਜਾਏ ਤੇ ਪੀਟੀਸੀ ਤੋਂ ਇਲਾਵਾ ਹਜੇ ਕੋਈ ਹੋਰ ਚੈਨਲ ਨਜ਼ਰ ਨਹੀਂ ਆਉਂਦਾ ਜਿਹਦੇ ਕੋਲ ਵਰਲਡ ਵਾਈਡ ਨੈਟਵਰਕ ਹੋਏ, ਪਰ ਮੁੱਦੇ ਨੂੰ ਕਿਸ ਤਰੀਕੇ ਨਾਲ ਇੱਕ ਤਰੀਕੇ ਨਾਲ ਮੁੱਦਾ ਬਣਾਉਣਾ ਹੈ, ਅਟੈਕ ਕਰਨਾ ਹੈ, ਉਹ ਮੈਨੂੰ ਲੱਗਦਾ ਹੈ ਭਗਵੰਤ ਮਾਨ ਉਹਨਾਂ ਨੇ ਸਿੱਖ ਲਿਆ। ਔਰ ਇਸ ਮਾਮਲੇ ਦੇ ਰਾਹੀਂ ਜਦ ਨੈਰੇਟਿਵ ਐਸਜੀਪੀਸੀ ਸੈੱਟ ਕਰਦੇ ਨੇ, ਐਸਜੀਪੀਸੀ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਵੀ ਇਹ ਦੇਖੋ ਜੀ ਸਿੱਖਾਂ ਦੇ ਮਾਮਲੇ ਦੇ ਵਿੱਚ ਅਫੇਅਰ ਕਰ ਰਹੇ ਨੇ, ਤੇ ਇਹ ਤਾਂ ਮਾਮਲਾ ਸਿਰਫ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਹੈ। ਇਹਦੇ ਉੱਤੇ ਅਗਰ ਰੋਲਾ ਪਏਗਾ, ਕੌਮ ਦੇ ਵਿੱਚ ਰੋਲਾ ਪਏਗਾ, ਤੇ ਮੈਨੂੰ ਲੱਗਦਾ ਹੈ ਐਸਜੀਪੀਸੀ ਦੇ ਨਾਲ ਖੜੇ ਹੋਣ ਵਾਲੇ ਲੋਕ ਘੱਟ ਹੋਣਗੇ। ਔਰ ਉਸ ਡਿਸੀਜਨ ਯਾਨੀ ਸਰਕਾਰ ਦੇ ਇਸ ਡਿਸੀਜਨ ਕੀ ਪੀਟੀਸੀ ਦੇ ਇਲਾਵਾ ਵੀ ਸਾਰੇ ਚੈਨਲਾਂ ਨੂੰ ਇਹਦਾ ਪ੍ਰਸਾਰਣ ਦਾ ਹੱਕ ਦਿੱਤਾ ਜਾਏ, ਉਹਦੇ ਨਾਲ ਕੌਮ ਜ਼ਿਆਦਾ ਖੜੀ ਹੋਈ। ਇੰਦਰਪ੍ਰੀਤ ਜੀ, ਜਿਹੜਾ ਭਾਸਕਰ ਸਾਹਿਬ ਨੇ ਮੁੱਦਾ ਉਠਾਇਆ ਉਹ ਕਾਫੀ ਅਹਿਮ ਆ ਕਿ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਨੁਸਾਰ ਇਹ ਸਿੱਖ ਮਾਮਲਿਆਂ 'ਚ ਦਖਲ ਦਾ ਮਸਲਾ ਬਣਦਾ ਹੈ ਕਿ ਨਹੀਂ। ਸਿੱਧੇ ਰੂਪ 'ਚ ਤਾਂ ਬਣਦਾ ਹੈ। ਦੇਖੋ, ਸ਼੍ਰੋਮਣੀ ਕਮੇਟੀ ਦਾ ਅਖਤਿਆਰ ਹੈ ਕਿ ਉਹਨੇ ਅਧਿਕਾਰ ਕਿਹਨੂੰ ਦੇਣੇ ਮੋਟੇ ਤੌਰ ਤੇ, ਔਰ ਜੇ ਪਹਿਲੀ ਨਜ਼ਰ 'ਚ ਦੇਖਿਆ ਜਾਵੇ ਤਾਂ ਕੀ ਗੁਰਬਾਣੀ ਪ੍ਰਸਾਰਨ ਦਾ ਹੱਕ ਕਿਸੇ ਨੂੰ ਦੇਣਾ ਨਹੀਂ ਦੇਣਾ, ਕੀ ਇਹ ਐਕਟ ਦੇ ਵਿੱਚ ਨਜਿੱਠਿਆ ਜਾਣ ਵਾਲਾ ਮਾਮਲਾ ਹੈ? ਕੀ ਨਿਤ ਪ੍ਰਤੀ ਦਿਨ ਦੇ ਕੀਤੇ ਜਾਣ ਵਾਲੇ ਸ਼੍ਰੋਮਣੀ ਦੇ ਕਮੇਟੀ ਦੇ ਕੰਮਾਂ ਦਾ ਐਕਟ ਵਿੱਚ ਜ਼ਿਕਰ ਹੈ? ਨਹੀਂ ਜ਼ਿਕਰ ਹੈ। ਉਹਨਾਂ ਨੇ ਪ੍ਰਬੰਧਕੀ ਪੱਧਰ ਦੇ ਉੱਤੇ ਕੀ ਕਰਨਾ, ਕਿਵੇਂ ਕਰਨਾ, ਜਿਵੇਂ ਸਰਕਾਰਾਂ ਆਪਣੇ ਸਰਕਾਰ ਨੂੰ ਚਲਾਉਣ ਲਈ ਹਰ ਮਾਮਲੇ ਨੂੰ ਕੈਬਨਿਟ 'ਚ ਲਿਜਾਉਣ ਜਾਂ ਨਾ ਲਿਜਾਣ, ਇਹ ਉਹਨਾਂ ਦਾ ਆਪਣਾ ਨਿੱਜੀ ਮਸਲਾ ਹੈ। ਉਹਦੇ ਵਿੱਚ ਭਾਰਤ ਸਰਕਾਰ ਦਖਲ ਦੇਵੇ ਜਿਵੇਂ ਚੁੱਭਦਾ ਹੈ, ਇਸ ਤਰੀਕੇ ਨਾਲ ਚੁੱਭਣਾ ਤਾਂ ਬਣਦਾ ਹੈ। ਪਰ ਸਿਤਮ ਜਰੀਫੀ ਇਸ ਗੱਲ ਦੀ ਆ ਕਿ ਸਿੱਧਾ ਦਖਲ ਲੱਗਣ ਦੇ ਬਾਵਜੂਦ ਲੋਕ ਜਿਹੜੇ ਆ ਉਹ ਇਸ ਫੈਸਲੇ ਦੇ ਨਾਲ ਖੜੇ ਨਜ਼ਰ ਆਉਂਦੇ। ਸੋਸ਼ਲ ਮੀਡੀਆ ਤੇ ਭਗਵੰਤ ਮਾਨ ਨੂੰ ਕਾਫੀ ਹਾਈਪ ਮਿਲ ਰਹੀ ਹੈ। ਹੁਣ ਵੇਖਣ ਵਾਲੀ ਗੱਲ ਇਹ ਆ ਕਿ ਭਗਵੰਤ ਮਾਨ ਇੱਕ ਤੀਰ ਨਾਲ ਕਈ ਨਿਸ਼ਾਨੇ ਕਰ ਰਿਹਾ। ਪਹਿਲਾਂ ਤੇ ਉਹ ਲੋਕਾਂ ਦੀ ਜਿਹੜੀ ਨਬਜ਼ ਹੈ ਉਹਦੇ ਅਨੁਸਾਰ ਇਹ ਫੈਸਲਾ ਲੈਂਦੇ ਦਿਸ ਰਹੇ ਆ। ਦੂਜੀ ਗੱਲ, ਉਹ ਮੀਡੀਆ ਦੇ ਇੱਕ ਵੱਡੇ ਹਿੱਸੇ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੀਜਾ ਮਾਮਲਾ ਜਿਹੜਾ ਸਭ ਤੋਂ ਅਹਿਮ ਆ ਕਿ ਉਹ ਬਾਦਲ ਪਰਿਵਾਰ ਦੀ ਇਜਾਰੇਦਾਰੀ ਜਿਹੜੀ ਆ ਉਹਦੇ ਤੇ ਵੀ ਸਿੱਧਾ ਹਮਲਾ ਕਰ ਰਿਹਾ। ਪਰ ਕਈ ਵਾਰੀ ਬਾਉਂਸ ਬੈਕ ਵੀ ਕਰਦੀਆਂ ਚੀਜ਼ਾਂ, ਕਈ ਵਾਰੀ ਤੁਹਾਨੂੰ ਵਕਤੀ ਤੌਰ ਤੇ ਲਾਹਾ ਮਿਲਦਾ ਹੈ। ਲੇਕਿਨ ਜੇਕਰ ਨੈਰੇਟਿਵ ਸੈੱਟ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਕਿ ਸਿੱਖਾਂ ਦੇ ਮਾਮਲਿਆਂ 'ਚ ਇੱਕ ਮੁੱਖ ਮੰਤਰੀ ਦਖਲ ਦੇ ਰਿਹਾ ਵਾ, ਜੇ ਕਿਧਰੇ ਇੱਕ ਧਿਰ ਵੱਲੋਂ ਗੱਲ ਤੁਰਨੀ ਸ਼ੁਰੂ ਹੁੰਦੀ ਬਾਦਲਾਂ ਤੋਂ ਬਿਨਾਂ, ਤਾਂ ਫਿਰ ਹੋ ਸਕਦਾ ਹੈ ਕਿ ਮੁੱਖ ਮੰਤਰੀ ਲਈ ਇਹ ਮਾਮਲਾ ਥੋੜਾ ਭਾਰਾ ਵੀ ਪੈਣਾ ਸ਼ੁਰੂ ਹੋ ਜੇ। ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਜਿਹੜਾ ਸੰਗਰੂਰ ਦੇ ਵਿੱਚ ਜੋ ਕੁਝ ਹੋਇਆ, ਉਸ ਤੋਂ ਪਹਿਲਾਂ ਦੀਪ ਸਿੱਧੂ, ਉਸ ਤੋਂ ਬਾਅਦ ਜਿਹੜਾ ਸਿੱਧੂ ਮੂਸੇਵਾਲਾ, ਤੇ ਫਿਰ ਅੰਮ੍ਰਿਤਪਾਲ ਦਾ ਮਾਮਲਾ। ਕਈ ਮਾਮਲੇ ਇਹੋ ਜਿਹੇ ਆਏ ਆ ਕਿਤੇ ਲੈਣੇ ਦੇ ਦੇਣੇ ਵੀ ਪੈ ਸਕਦੇ। ਬਿਲਕੁਲ ਰੰਧਾਵਾ ਸਾਹਿਬ, ਤੁਹਾਡੀ ਗੱਲ ਠੀਕ ਹੈ। ਦੇਖੋ, ਇਹ ਸਿੱਧਾ ਦਖਲ ਅੰਦਾਜ਼ੀ ਤਾਂ ਹੈ ਹੀ ਹੈ ਸਿੱਖ ਅਫੇਅਰਸ ਦੇ ਵਿੱਚ, ਪਰ ਕਿਉਂਕਿ ਜਿਹੜਾ ਇਹ ਗੁਰਦੁਆਰਾ ਪ੍ਰਬੰਧਨ ਹੈ ਜਿਹੜਾ ਸਾਰਾ, ਇਹ ਇੱਕ ਐਕਟ ਦੇ ਅਧੀਨ ਹੈ। ਇਸ ਕਰਕੇ ਸਰਕਾਰ ਦਾ ਦਖਲ ਤਾਂ ਸਿੱਧਾ ਹੋ ਹੀ ਗਿਆ ਜਦੋਂ ਐਕਟ ਸਰਕਾਰ ਨੇ ਬਣਾਇਆ। ਬਾਕੀ ਤੁਸੀਂ ਦੇਖੋ, ਕਿਸੇ ਵੀ ਹੋਰ ਧਰਮ ਦੇ ਵਿੱਚ ਕਿਸੇ ਨੇ ਵੀ ਐਕਟ ਬਣਾ ਕੇ ਉਹਨਾਂ ਦੇ ਜਿਹੜੇ ਉਹ ਹੈਗੇ ਨੇ ਸ਼ਰਾਈਨਸ ਨੇ, ਉਹਨਾਂ ਨੂੰ ਕੰਟਰੋਲ ਨਹੀਂ ਕੀਤਾ ਹੋਇਆ। ਇੱਥੇ ਇੱਕ ਐਕਟ ਬਣਾ ਕੇ ਇੱਕ ਕਮੇਟੀ ਦੀ ਬਕਾਇਦਾ ਚੋਣ ਹੁੰਦੀ ਹੈ। ਇਹ ਸਾਰਾ ਮਤਲਬ ਗਵਰਨਮੈਂਟ ਆਫ ਇੰਡੀਆ ਕੋਲੇ ਚਲਾ ਜਾਂਦਾ, ਉਹਨਾਂ ਦੀ ਮਰਜ਼ੀ ਹੈ ਜਦੋਂ ਮਰਜ਼ੀ ਇਲੈਕਸ਼ਨ ਕਰਾਉਣ ਨਾ ਕਰਾਉਣ। ਪਰ ਹੁਣ ਇੱਥੇ ਵੀ ਆ ਜਿਹੜਾ ਇਸ਼ੂ ਹੈ, ਇਸ ਤੇ ਬ੍ਰੌਡਕਾਸਟਿੰਗ ਦਾ ਤਾਂ ਕੋਈ ਸੰਬੰਧ ਹੈ ਨਹੀਂ ਉਹਦੇ ਨਾਲ, ਐਕਟ ਦੇ ਨਾਲ। ਉਹ ਤਾਂ ਉਹਨਾਂ ਦਾ ਨਿੱਜੀ ਮਤਲਬ ਇੱਕ ਕੰਮ ਹੈ ਵੀ ਉਹਨਾਂ ਨੇ ਉਹ ਬ੍ਰੌਡਕਾਸਟਿੰਗ ਕਿਸ ਤਰ੍ਹਾਂ ਕਰਾਣੀ ਹੈ, ਕਿਸ ਤਰ੍ਹਾਂ ਨਹੀਂ ਕਰਾਣੀ, ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਇਹ ਤਾਂ ਟੋਟਲ ਐਸਜੀਪੀਸੀ ਦਾ ਆਪਣਾ ਕੰਮ ਹੈ। ਇਹਦੇ ਵਿੱਚ ਸਰਕਾਰ ਦਖਲ ਦੇ ਰਹੀ ਹੈ, ਇਹ ਸਿੱਧਾ ਨਜ਼ਰ ਆ ਰਿਹਾ ਹੈ। ਪਰ ਕਿਉਂਕਿ ਗੁਰਬਾਣੀ ਦਾ ਪ੍ਰਸਾਰਣ ਇਸ ਟਾਈਮ ਐਸਜੀਪੀਸੀ ਸਿਰਫ ਇੱਕ ਕੰਪਨੀ ਨੂੰ ਦੇ ਕੇ ਬੈਠੀ ਹੈ, ਤਾਂ ਲੋਕਾਂ ਦੇ ਵਿੱਚ ਇਹ ਹੈ ਵੀ ਯਾਰ ਇਹ ਕੰਟਰੋਲ ਕਿਉਂ ਕੀਤਾ ਹੋਇਆ ਉਹਨਾਂ ਨੇ, ਸਾਰਿਆਂ ਨੂੰ ਕਿਉਂ ਨਹੀਂ ਮਿਲਿਆ, ਕਿਉਂ ਨਹੀਂ ਸਾਰੇ ਚੈਨਲ ਇਹਨੂੰ ਕਰ ਸਕਦੇ। ਸੋ ਇਸ ਕਰਕੇ ਲੋਕਾਂ ਦੀ ਨਬਜ਼ ਤਾਂ ਭਗਵੰਤ ਮਾਨ ਹੋਰਾਂ ਨੇ ਪਛਾਣਦੇ ਹੋਏ ਇਸ ਤਰ੍ਹਾਂ ਦੀ ਚੀਜ਼ ਲਿਆਤੀ ਹੈ। ਪਰ ਮੈਨੂੰ ਲੱਗਦਾ ਕਿ ਲੌਂਗ ਰਨ ਇਹ ਕਈ ਵਾਰ ਬਾਉਂਸ ਬੈਕ ਵੀ ਕਰ ਸਕਦਾ ਹੈ। ਇਸ ਤਰ੍ਹਾਂ ਦੇ ਜਿਹੜੇ ਮੈਨੂੰ ਅਫੇਅਰਸ ਦੇ ਵਿੱਚ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ। ਕੱਲ ਨੂੰ ਕਿਸੇ ਵੀ ਹੋਰ ਧਰਮ ਦੇ ਵਿੱਚ ਤੁਸੀਂ ਇਦਾਂ ਦਖਲਅੰਦਾਜ਼ੀ ਕਰੋਗੇ ਤਾਂ ਫਿਰ ਇਹ ਜੇ ਤੁਸੀਂ ਇੱਕ ਦੇ ਕਰੋਗੇ ਤਾਂ ਕੱਲ ਦੂਜੇ ਦੇ ਵੀ ਕਰ ਹੀ ਸਕਦੇ ਹੋ ਨਾ, ਫਿਰ ਰਾਹ ਤਾਂ ਤੁਸੀਂ ਖੋਲ ਹੀ ਦੋਗੇ। ਇਹ ਉਸੇ ਤਰ੍ਹਾਂ ਦਾ ਹੀ ਮਾਮਲਾ ਮੈਨੂੰ ਲੱਗਦਾ ਕਿ ਥੋੜਾ ਜਿਹਾ ਸਰਕਾਰਾਂ ਨੂੰ ਇਸ
ਸਾਈਡ ਤੋਂ ਬਚਣ ਦੀ ਬਚ ਕੇ ਆਪਣੇ ਪ੍ਰਸ਼ਾਸਨਿਕ ਕੰਮਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ, ਜਿਹੜਾ ਸਟੇਟ ਦਾ ਕੰਮ, ਜਿਹੜਾ ਸਰਕਾਰ ਦਾ ਕੰਮ ਹੈ, ਉਹਦੇ ਰਾਹੀਂ ਉਹ ਇੱਕ ਤੀਰ ਤੋਂ 3 ਨਿਸ਼ਾਨੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਰੈਜ਼ੋਲੂਸ਼ਨ ਪਾਸ ਕਰਦੇ ਨੇ, ਉਹ ਰੈਜ਼ੋਲੂਸ਼ਨ ਜਾਏਗਾ ਕੇਂਦਰ ਸਰਕਾਰ ਕੋਲ, ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਜੇ ਬੀਜੇਪੀ ਇਸ ਮੁੱਦੇ ਦੇ ਉੱਤੇ ਉਸ ਰੈਜ਼ੋਲੂਸ਼ਨ ਨੂੰ ਰਿਜੈਕਟ ਕਰ ਦਿੰਦੀ ਹੈ ਤਾਂ ਕਿਸੇ ਨਾ ਕਿਸੇ ਜਗ੍ਹਾ ਬੀਜੇਪੀ ਵੀ ਪਾਰਟੀ ਬਣ ਜਾਂਦੀ ਹੈ ਗੁਰਬਾਣੀ ਦੇ ਪ੍ਰਸਾਰਣ ਨੂੰ ਇੱਕ ਹੀ ਚੈਨਲ ਨੂੰ ਦੇਣ ਵਾਸਤੇ, ਤੇ ਅੱਗੇ ਚੱਲ ਕੇ ਜਿਹੜੀ ਅਲਾਇੰਸ ਦੀ ਗੱਲਾਂ ਚੱਲ ਰਹੀਆਂ ਉਹ ਵੀ ਆਪਣੇ ਆਪ ਵਿੱਚ ਐਕਸਪੋਜ਼ ਕਰਨ ਦੀ ਕੋਸ਼ਿਸ਼ ਹੋਏਗੀ ਆਮ ਆਦਮੀ ਪਾਰਟੀ ਦੀ। ਔਰ ਦੂਜੇ ਪਾਸੇ ਜੇ ਅਗਰ ਵਾਕਈ ਸਰਕਾਰ ਸੀਰੀਅਸ ਹੋਏ ਸਿਰਫ ਪ੍ਰਸਾਰਣ ਦੇ ਮੁੱਦੇ ਦੇ ਉੱਤੇ, ਤੇ ਸਰਕਾਰ ਕੋਲ ਇੱਕ ਹੋਰ ਨੁਕਤਾ ਵੀ ਹੈਗਾ, ਪੰਜਾਬ ਕੇਬਲ ਨੈਟਵਰਕ ਰੈਜ਼ੋਲੂਸ਼ਨ ਐਕਟ ਜਿਹੜਾ ਪੰਜਾਬ ਦੇ ਵਿੱਚ ਆਲਰੇਡੀ ਬਣਿਆ ਹੋਇਆ, ਉਹਦੇ ਵਿੱਚ ਅਮੈਂਡਮੈਂਟ ਕਰਕੇ ਵੀ ਇਸ ਪ੍ਰਸਾਰਣ, ਕਿਉਂਕਿ ਬ੍ਰੌਡਕਾਸਟਿੰਗ ਰਾਈਟਸ ਦੇ ਉੱਤੇ ਉਸ ਐਕਟ ਦੇ ਵਿੱਚ ਪ੍ਰੋਵੀਜ਼ਨ ਕੀਤਾ ਜਾ ਸਕਦਾ ਹੈ, ਔਰ ਇਹ ਪ੍ਰੋਵੀਜ਼ਨ ਉਹਦੇ ਰਾਹੀਂ ਵੀ ਲਿਆ ਜਾ ਸਕਦਾ, ਬਜਾਏ ਕਿ ਗੁਰਦੁਆਰਾ ਐਕਟ ਦੇ ਵਿੱਚ ਕਿਸੇ ਵੀ ਤਰੀਕੇ ਦਾ ਰੈਜ਼ੋਲੂਸ਼ਨ ਜਾਂ ਫਿਰ ਨਵਾਂ ਇੱਕ ਐਕਟ ਬਣਾ ਕੇ ਲਿਆਇਆ ਜਾਏ। ਤੀਜਾ ਮਾਮਲਾ ਹੈਗਾ ਕਿ ਬਾਦਲ ਪਰਿਵਾਰ ਨੂੰ ਘੇਰਨਾ, ਜਿਹਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ, ਕਿਉਂਕਿ ਅਲਟੀਮੇਟਲੀ ਪੂਰੀ ਕੌਮ, ਪੂਰੀ ਐਸਜੀਪੀਸੀ ਜਦ ਬਾਦਲ ਪਰਿਵਾਰ ਜਾਂ ਉਹਨਾਂ ਦੇ ਇੱਕ ਬਿਜ਼ਨਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਏਗੀ, ਤਾਂ ਵੀ ਇਹ ਜਿਹੜੀ ਨੈਰੇਟਿਵ ਪਹਿਲੇ ਵੀ ਸੈੱਟ ਕੀਤਾ ਜਾਂਦਾ ਸੀਗਾ ਕਿ ਐਸਜੀਪੀਸੀ ਬਾਦਲ ਪਰਿਵਾਰ ਦੇ ਹੱਕ ਵਿੱਚ ਖੇਡਦੀ ਹੈ, ਉਹ ਹੋਰ ਸਟਰੋਂਗ ਹੁੰਦਾ ਇਸ ਗੱਲ ਤੋਂ। ਜੀ ਇੰਦਰਪ੍ਰੀਤ ਜੀ, ਹੁਣ ਇਸ ਬਿਜ਼ਨਸ ਨਾਲ, ਵਿਧਾਨ ਸਭਾ ਦੇ ਬਿਜ਼ਨਸ ਨਾਲ ਜੁੜੇ ਹੋਰ 2-3 ਮਾਮਲੇ ਆ, ਇਨ ਵਨ ਗੋ ਤੁਸੀਂ ਉਹਨਾਂ ਨੂੰ ਜ਼ਰੂਰ ਐਡਰੈਸ ਕਰ ਦਿਓ। ਕਿਹੜੇ ਮਾਮਲੇ ਜਿਹੜੇ ਨੇ ਕੈਬਨਿਟ ਵਿੱਚ ਵਿਚਾਰੇ ਜਾਣਗੇ? ਰੰਧਾਵਾ ਸਾਹਿਬ ਦੇਖੋ, ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੋਈ ਪ੍ਰਸਤਾਵ ਲੈ ਕੇ ਆਉਣਾ, ਉਹਨੂੰ ਤਾਂ ਕੈਬਨਿਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ, ਕਿਉਂਕਿ ਟੋਟਲ ਪੋਲੀਟੀਕਲ ਮਾਮਲਾ ਹੈ ਔਰ ਉਹ BSc ਦੀ ਮੀਟਿੰਗ 'ਚ ਚਲਾ ਜਾਏਗਾ। ਉੱਥੇ ਕੋਈ ਵੀ ਰੈਜ਼ੋਲੂਸ਼ਨ ਦੇ ਸਕਦਾ ਸਪੀਕਰ ਦੀ ਇਜਾਜ਼ਤ ਨਾਲ। ਇੰਪੋਰਟੈਂਟ ਇਸ਼ੂ ਜਿਹੜਾ ਆਣਾ ਹੈ ਉਹ ਮੈਨੂੰ ਲੱਗਦਾ ਹੈ ਉਹ ਹੋਏਗਾ ਜਿਹੜਾ UPSC ਦਾ ਜਿਹੜਾ DGP ਦੀ ਨਿਯੁਕਤੀ ਨੂੰ ਲੈ ਕੇ ਅਸੀਂ ਪੈਨਲ ਜਿਹੜਾ DGP ਨੂੰ ਭੇਜਦੇ ਆ, ਉਹਦੇ ਉੱਤੇ ਸ਼ਾਇਦ ਇੱਕ ਅਮੈਂਡਮੈਂਟ ਆ ਸਕਦੀ ਹੈ। ਜਿਵੇਂ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਹੈ ਕਿ ਸਰਕਾਰ ਖੁਦ ਹੀ ਇੱਕ ਕਮੇਟੀ ਬਣਾਉਣ ਜਾ ਰਹੀ ਹੈ, ਜਿਸ ਦੇ ਜੋ ਮਤਲਬ ਇਸ ਤਰ੍ਹਾਂ ਦੇ ਜਿਹੜੀ ਸੂਚੀ ਹੈਗੀ ਹੈ ਉਹਨੂੰ ਨਿਰਧਾਰਿਤ ਕਰਕੇ ਵੀ ਕਿਹੜੇ ਬੰਦੇ ਸੀਨੀਅਰ ਨੇ, ਉਹਨਾਂ ਦਾ ਇੱਕ ਪੈਨਲ ਬਣਾ ਕੇ ਭੇਜਿਆ ਕਰੇਗੀ। ਸੋ ਇਹਦੇ ਬਾਰੇ ਕਨਸੋਆਂ ਹੈਗੀਆਂ ਨੇ। ਔਰ ਕਿਉਂ ਮੈਨੂੰ ਇਹ ਦੱਸੇ, ਮੈਂ ਜਦੋਂ ਇਸ ਬਾਰੇ ਪਤਾ ਕੀਤਾ ਸੀ ਤਾਂ ਮੈਨੂੰ ਇੱਕ ਬਹੁਤ ਸੀਨੀਅਰ ਅਫਸਰ ਨੇ ਇਹ ਕਿਹਾ ਵੀ ਜਦੋਂ UPSC ਕੋਲ ਭੇਜਣ ਦਾ ਮਾਮਲਾ ਆਇਆ ਸੀ, ਉਦੋਂ ਸਾਡੇ ਕੋਲ ਕੋਈ ਐਕਟ ਨਹੀਂ ਸੀ, ਇਸ ਕਰਕੇ ਅਸੀਂ UPSC ਕੋਲ ਭੇਜਦੇ, ਪਰ ਹੁਣ ਤਾਂ ਐਕਟ ਹੈ ਤੇ ਇਸ ਕਰਕੇ ਸਾਨੂੰ ਉੱਥੇ ਭੇਜਣ ਦੀ ਲੋੜ ਨਹੀਂ ਹੈ। ਸੋ ਉਹਦੇ ਵਿੱਚ ਕੀ ਤਰਮੀਮ ਕਰਕੇ ਉਸ ਨੂੰ ਮਤਲਬ ਬਦਲ ਰਹੇ ਹੈ, ਇਹ ਵੀ ਬਹੁਤ ਇੰਟਰਸਟਿੰਗ ਪਾਰਟ ਹੋਊਗਾ। ਅਜੇ ਤੱਕ ਗਵਰਨਮੈਂਟ ਨੇ ਬਹੁਤ ਸੀਕ੍ਰੇਟ ਰੱਖਿਆ ਹੋਇਆ ਹੈ, ਇਹਦੇ ਵਿੱਚ ਕੋਈ ਵੀ ਬੋਲਣ ਲਈ ਤਿਆਰ ਨਹੀਂ ਹੈ। ਸਭ ਨੂੰ ਐ ਲੱਗਦਾ ਵੀ ਕਿਤੇ ਮੇਰੀ ਨੌਕਰੀ ਨਾ ਚਲੀ ਜਾਏ ਅਗਰ ਮੈਂ ਕੁਝ ਦੱਸਤਾ, ਪਰ ਇਹ ਲੱਗ ਰਿਹਾ ਕਿ ਸ਼ਾਇਦ ਕੋਈ ਕਮੇਟੀ ਇੱਥੇ ਹੀ ਹਾਈ ਪਾਵਰਡ ਕਮੇਟੀ ਕੋਈ ਬਣਾਈ ਜਾਏਗੀ, ਜਿਹਦੇ ਕੋਲ ਅੱਗੇ ਤੋਂ ਇਹ ਜਿਹੜੀ ਗ੍ਰੇਡੇਸ਼ਨ ਲਿਸਟ ਹੈ ਉਹ ਚਲੀ ਜਾਇਆ ਕਰੇਗੀ। ਉਸ ਤੋਂ ਚੁਣ ਲਿਆ ਕਰਨਗੇ ਕਿ ਕਿਹੜੇ ਬੰਦੇ ਸੀਨੀਅਰ ਨੇ, ਉਹਦਾ ਇੱਕ ਪੈਨਲ ਬਣਾ ਕੇ ਜਿਹੜਾ ਹੈ ਗਵਰਨਮੈਂਟ ਨੂੰ DGP ਲਈ ਰਿਕਮੈਂਡ ਕਰ ਦੇ। ਭਾਸਕਰ ਸਾਹਿਬ, ਆਪਾਂ ਅਗਲੀ ਖਬਰ ਤੇ ਕਾਲੀ 'ਚ ਚੱਲਦੇ ਹਾਂ। ਹਾਂਜੀ ਨਹੀਂ, ਇਹ ਇੱਕ ਮੁੱਦੇ ਦੇ ਉੱਤੇ ਮੈਂ ਜ਼ਰੂਰ ਕਹਿਣਾ ਚਾਹੂੰਗਾ। ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਮੁੱਦੇ ਦੇ ਉੱਤੇ ਮਹਾਰਾਸ਼ਟਰ, ਬਿਹਾਰ ਤੇ ਤਮਿਲਨਾਡੂ ਗਈ ਹੈ, ਯਾਨੀ ਕੇਂਦਰ ਸਰਕਾਰ ਨੇ ਇੱਕ ਆਰਡੀਨੈਂਸ ਪਾਸ ਕੀਤਾ ਸੁਪਰੀਮ ਕੋਰਟ ਦੀ ਜਜਮੈਂਟ ਦੇ ਖਿਲਾਫ। ਯਾਨੀ ਸੁਪਰੀਮ ਕੋਰਟ ਦੀ ਜਜਮੈਂਟ ਦਿੱਲੀ ਦੇ ਵਿੱਚ ਟ੍ਰਾਂਸਫਰ ਪੋਸਟਿੰਗ ਦੇ ਸਾਰੇ ਅਧਿਕਾਰ ਇਲੈਕਟਿਡ ਗਵਰਨਮੈਂਟ ਨੂੰ ਦੇਣ ਦੀ ਗੱਲ ਕੀਤੀ, ਰੂਲਿੰਗ ਕੀਤੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਰਡੀਨੈਂਸ ਲਾਇਆ, ਉਸ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਜਗ੍ਹਾ ਸਪੋਰਟ ਮੰਗੀ ਜਾ ਰਹੀ ਹੈ। ਪਰ ਪੰਜਾਬ ਪੁਲਿਸ ਐਕਟ ਦੇ ਵਿੱਚ ਅਸੀਂ ਕਿਸੇ ਵੀ ਤਰੀਕੇ ਦਾ ਸੰਸ਼ੋਧਨ ਲਿਆ ਕੇ ਸੁਪਰੀਮ ਕੋਰਟ ਦੀ ਹੀ ਉਸ ਜਜਮੈਂਟ, ਜਿਹੜੀ ਪ੍ਰਕਾਸ਼ ਸਿੰਘ ਵਰਸਸ ਯੂਨੀਅਨ ਗਵਰਨਮੈਂਟ ਹੈ, ਪ੍ਰਕਾਸ਼ ਸਿੰਘ ਜਿਹੜੇ UP ਦੇ DGP ਹੁੰਦੇ ਸੀਗੇ, ਉਸ ਮਾਮਲੇ ਦੇ ਵਿੱਚ ਹੀ ਇਹ ਜਜਮੈਂਟ ਆਈ ਸੀ ਕਿ ਇਸ ਤਰੀਕੇ ਨਾਲ ਸਾਰੀ ਸੂਬੇ ਦੀ ਸਰਕਾਰਾਂ ਇੱਕ DGP ਦੀ ਪੋਸਟ ਵਾਸਤੇ ਇੱਕ ਪੈਨਲ ਭੇਜਣਗੀਆਂ। ਇੱਕ ਪਾਸੇ ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਦੇ ਅਗੇਂਸਟ ਅਸੀਂ ਵੱਖ-ਵੱਖ ਪੋਲੀਟੀਕਲ ਪਾਰਟੀ ਤੋਂ ਸਪੋਰਟ ਮੰਗ ਰਹੇ ਹਾਂ। ਇੱਥੇ ਅਸੀਂ ਸੁਪਰੀਮ ਕੋਰਟ ਦੇ ਹੀ ਫੈਸਲੇ ਦੇ ਵਿਰੋਧ ਦੇ ਬਾਰੇ ਚ ਇੱਕ ਉਹਨਾਂ ਨੇ ਵੀ ਤੇ ਹਾਈ ਪਾਵਰ ਕਮੇਟੀ ਬਣਾਈ ਸੀ ਦਿੱਲੀ ਦੇ ਵਿੱਚ। ਆਰਡੀਨੈਂਸ ਦੇ ਜ਼ਰੀਏ ਇਹੀ ਹੈ ਨਾ ਕਿ ਗਵਰਨਰ ਸਾਹਿਬ, ਦਿੱਲੀ ਦੇ ਚੀਫ ਸੈਕਟਰੀ ਔਰ ਦਿੱਲੀ ਦੇ ਮੁੱਖ ਮੰਤਰੀ ਇੱਕ ਕਮੇਟੀ ਬਣਾਏਗੀ, ਉਹ ਕਮੇਟੀ ਕੋਈ ਡਿਸੀਜਨ ਲਏਗੀ, ਫਾਈਨਲ ਅਥਾਰਟੀ ਲੈਫਟੀਨੈਂਟ ਗਵਰਨਰ ਸਾਹਿਬ ਕੋਲ ਜਾਏਗੀ। ਏਦਾਂ ਦੀ ਹੀ ਕਮੇਟੀ ਹੈ ਬਣਾ ਰਹੇ ਨੇ ਔਰ ਉਹ ਵੀ ਸੁਪਰੀਮ ਕੋਰਟ ਦੀ ਜਜਮੈਂਟ ਦੇ ਖਿਲਾਫ। ਮੈਨੂੰ ਲੱਗਦਾ ਹੈ ਕਿ ਕੰਟਰੈਰੀ ਹੋ ਜਾਏਗੀ ਇਸ ਮੁੱਦੇ ਤੇ, ਬਹੁਤੀ ਅੱਗੇ ਵਧਦੀ ਸਰਕਾਰ ਨਹੀਂ ਨਜ਼ਰ ਆਏਗੀ। ਹਜੇ ਤੇ ਗੱਲ ਦੀ ਸ਼ੁਰੂਆਤ ਹੋਈ ਹੈ। ਭਾਸਕਰ ਸਾਹਿਬ, ਤੁਹਾਡੇ ਜਲੰਧਰ ਦੇ ਵਿੱਚ ਅੱਜ ਪੂਰਾ ਮੇਲਾ ਲੱਗਣਾ ਹੈ। ਅਜੀਤ ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਉਹਨਾਂ ਨੇ ਕਾਲ ਦਿੱਤੀ ਆ
ਪੰਜਾਬ ਦੀਆਂ ਸਮੁੱਚੀਆਂ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਧਿਰਾਂ ਨੂੰ, ਸਾਰੀਆਂ ਲਗਭਗ ਪੰਜਾਬ ਦੇ ਲੋਕਾਂ ਨੂੰ ਕਾਲ ਦਿੱਤੀ ਹੈ। ਇਹਦੇ ਵਿੱਚ ਮੈਨੂੰ ਹੈਰਾਨੀ ਹੋਈ ਹੈ ਕਿ ਉਹਨਾਂ ਨੇ ਪੱਤਰਕਾਰ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ। 2 ਦਿਨ ਉਹਨਾਂ ਦੇ ਫਰੰਟ ਪੇਜ ਦੇ ਉੱਤੇ ਇਹ ਅਪੀਲ ਜਾਰੀ ਹੁੰਦੀ ਰਹੀ ਆ, ਤੇ ਉਹਨਾਂ ਨੇ ਇੱਕ ਮਾਰਚ ਕੱਢਣਾ ਹੈ ਦੇਸ਼ ਭਗਤ ਯਾਦਗਾਰ ਹਾਲ ਤੋਂ, ਔਰ ਉਹ ਜਾਊਗਾ DC ਕੋਲ ਮੰਗ ਪੱਤਰ ਦੇਣ ਲਈ। ਇਸ ਈਵੈਂਟ ਦਾ ਅਸਰ ਕੀ ਦੇਖ ਰਹੇ ਆ, ਕਿੰਨੀ ਕੁ, ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਸਾਰੀਆਂ ਸਿਆਸੀ ਧਿਰਾਂ ਦੇ ਵੱਡੇ ਆਗੂ ਬੰਦੇ ਲੈ ਕੇ ਉੱਥੇ ਪਹੁੰਚਣਗੇ, ਤੇ ਹੋਰ ਵੀ ਜਿਹੜੇ ਇਹਨਾਂ ਦੇ ਪੂਰਾ ਤਾਣਾ ਬਾਣਾ ਸਟੇਟ ਦੇ ਵਿੱਚ, ਉੱਥੋਂ ਕਾਫੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਹੋ ਜਾਣਗੇ, ਔਰ ਇਹ ਕਾਫਲਾ ਹਜ਼ਾਰਾਂ ਦਾ ਹੋਣ ਦੀ ਸੰਭਾਵਨਾ ਹੈ। ਤੇ ਇਹਦੇ ਅਸਰ ਕੀ ਦੇਖਣ ਨੂੰ ਮਿਲਣਗੇ? ਸਰਕਾਰ ਟਸ ਤੋਂ ਮਸ ਹੋਊਗੀ ਕਿ ਨਹੀਂ? ਰੰਧਾਵਾ ਜੀ, ਜਲੰਧਰ ਦੇ ਵਿੱਚ ਇੱਕ ਅਖਬਾਰ ਸਮੂਹ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ, ਜੋ ਅੱਜਕੱਲ ਵਿਜੀਲੈਂਸ ਬਿਊਰੋ ਦੇ ਇੱਕ ਤਰੀਕੇ ਨਾਲ ਰਡਾਰ ਤੇ ਹੈਗੇ ਨੇ, ਉਸ ਮੁੱਦੇ ਨੂੰ ਲੈ ਕੇ 1 ਜੂਨ ਨੂੰ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਦੇ ਵੱਡੇ ਆਗੂ ਬੜੇ ਇੱਕ ਇੰਟਰਸਟਿੰਗ ਭਾਸ਼ਣ ਦੇ ਕੇ ਤੁਰ ਗਏ ਸੀਗੇ। ਅੱਜ ਫੇਰ ਇੱਕ ਇਸ ਤਰੀਕੇ ਦਾ ਸਿੱਧੇ ਦੇ ਉੱਤੇ ਇਕੱਠ ਹੋਣ ਦੀ ਸੰਭਾਵਨਾ ਹੈਗੀ ਹੈ, ਜਦ ਕਾਫੀ ਸਾਰੇ ਪੋਲੀਟੀਸ਼ੀਅਨਸ ਇਕੱਠੇ ਹੋਣਗੇ ਔਰ DC ਕੰਪਲੈਕਸ ਦੇ ਵਿੱਚ ਜਾ ਕੇ ਇੱਕ ਮੈਮੋਰੈਂਡਮ ਦੇਣਗੇ। ਤੁਸੀਂ ਇਹ ਦੇਖੋ, ਕੁਝ ਦਿਨ ਪਹਿਲੇ ਇਸ ਤਰ੍ਹਾਂ ਦੇ ਪ੍ਰੋਟੈਸਟ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਏ, ਪਰ ਅੱਜ ਇਹ ਪ੍ਰੋਟੈਸਟ ਕਿੰਨਾ ਵੱਡਾ ਹੋਏਗਾ, ਕਿੰਨਾ ਕੁ ਸਰਕਾਰ ਨੂੰ ਹਿਲਾਉਣ ਵਾਲਾ ਹੋਏਗਾ, ਇਹਦੇ ਉੱਤੇ ਜ਼ਰੂਰ ਸਾਡੀ ਨਜ਼ਰ ਰਹੇਗੀ। ਇੰਦਰਪ੍ਰੀਤ ਜੀ, ਕਿਉਂਕਿ ਜਦੋਂ ਇਹ ਹਮਲਾ ਬੋਲਿਆ ਜਾਂਦਾ ਹੈ, ਹਮਲਾ ਤਾਂ ਮੈਂ ਨਹੀਂ ਕਹੂੰਗਾ, ਜਦੋਂ ਇਹ ਕਾਲ ਦਿੱਤੀ ਜਾਂਦੀ ਹੈ ਬਰਜਿੰਦਰ ਸਿੰਘ ਹਮਦਰਦ ਵੱਲੋਂ 19 ਤਰੀਕ ਯਾਨੀ ਕਿ ਅੱਜ ਸਵੇਰੇ 9 ਵਜੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਸਮੂਹ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਜਥੇਬੰਦੀਆਂ ਦੇ ਕਾਰਕੁਨਾਂ ਨੂੰ, ਆਗੂਆਂ ਤੇ ਕਾਰਕੁਨਾਂ ਨੂੰ, ਤੇ ਉਦੋਂ ਤੁਰੰਤ ਬਾਅਦ, ਇੱਕ 3 ਦਿਨ ਪਹਿਲਾਂ ਦੀ ਗੱਲ ਆ ਜਦੋਂ ਪਹਿਲੀ ਵਾਰੀ ਕਾਲ ਆਈ, ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਇੱਕ ਟਵੀਟ ਕਰਕੇ ਕਹਿੰਦੇ ਆ ਵੀ ਇਹਦਾ ਭਲਾ ਮੀਡੀਆ ਨਾਲ ਕੀ ਸੰਬੰਧ ਹੋਇਆ ਜੀ? 200 ਕਰੋੜ ਦਾ ਮਾਮਲਾ, 200 ਕਰੋੜ ਪੰਜਾਬ ਦੇ ਲੋਕਾਂ ਦਾ ਹੈ, ਜੰਗੇ ਆਜ਼ਾਦੀ ਦੀ ਬਿਲਡਿੰਗ ਦਾ ਮਾਮਲਾ ਹੈ, ਔਰ ਉੱਥੇ ਹੋਈਆਂ ਧਾਂਦਲੀਆਂ ਦੇ ਸੰਬੰਧ ਦੇ ਵਿੱਚ ਅਸੀਂ ਜਾਂਚ ਜੇ ਕਰਾ ਰਹੇ ਹਾਂ, ਤੇ ਇਹਦਾ ਮੀਡੀਆ ਦੀ ਆਜ਼ਾਦੀ ਨਾਲ ਕੀ ਲੈਣ ਦੇਣਾ? ਇੱਕ ਰਸੂਖਦਾਰ ਨੂੰ ਸੱਦਿਆ ਜਾ ਰਿਹਾ, ਉਹ ਆਪਣੇ ਲਈ ਇਹ ਸਾਰੇ ਦੇ ਸਾਰੇ ਤਾਮਝਾਮ ਰਚ ਰਿਹਾ, ਪਰ ਮੈਂ ਕਿਸੇ ਦੇ ਪੈਰੀ ਨਹੀਂ ਪੈਣਾ ਜਿੱਦਾਂ ਦੂਜੇ ਪੈਂਦੇ ਆ, ਇਹ ਵਿੱਚੋਂ ਕਹਿੰਦੇ ਨੇ, ਔਰ ਨਾਲ ਦੀ ਨਾਲ ਹੀ ਕਹਿੰਦੇ ਨੇ ਕਿ ਉਹ ਕੋਈ ਵੀ ਹੋਵੇ ਅਸੀਂ ਇਹਦੀ ਜਾਂਚ ਕਰਾਵਾਂਗੇ। ਇਹ ਹੁਣ ਸਵਾਲ ਇਧਰਲੇ ਬੰਨਿਓ ਜਿੰਨਾ ਪ੍ਰੈਸ਼ਰ ਪੈਂਦਾ ਉਧਰਲੇ ਬੰਨਿਓ ਉਹ ਬਾਉਂਸ ਬੈਕ ਹੁੰਦਾ, ਉਧਰਲੇ ਬੰਨਿਓ ਜਿੰਨਾ ਹੁੰਦਾ ਇਧਰਲੇ ਬੰਨਿਓ ਹੁੰਦਾ। ਇਹਨੂੰ ਮੀਡੀਆ ਔਰ ਸਰਕਾਰ ਦੀ ਲੜਾਈ ਦੇ ਰੂਪ ਚ ਦੇਖੀਏ ਜਾਂ ਇਹਨੂੰ ਕੋਈ ਹੋਰ ਸ਼ੇਪ, ਕਿਉਂਕਿ ਸਰਕਾਰ ਕਹਿ ਰਹੀ ਹੈ ਸਾਫ਼ ਲਫ਼ਜ਼ਾਂ ਚ ਕਿ ਇਹਦਾ ਮੀਡੀਆ ਨਾਲ ਸੰਬੰਧ ਕੋਈ ਨਹੀਂ, ਇਧਰਲੇ ਬੰਨੇ ਸਾਰਾ ਨੈਰੇਟਿਵ ਮੀਡੀਆ ਦੀ ਆਜ਼ਾਦੀ ਤੇ ਹਮਲੇ ਦੇ ਰੂਪ ਚ ਦੇਖਿਆ ਜਾ ਰਿਹਾ। ਤੁਸੀਂ ਬਤੌਰ ਪੱਤਰਕਾਰ ਇਹਨੂੰ ਕਿਵੇਂ ਦੇਖ ਰਹੇ ਹੋ? ਮੀਡੀਆ ਨੂੰ ਦੇਖੋ ਦਬਾਉਣ ਦੀ ਕੋਸ਼ਿਸ਼ ਤਾਂ ਘੱਟੋ ਘੱਟ ਹੈ ਹੀ ਹੈ। ਇਹ ਤਾਂ ਮੈਂ ਨਹੀਂ ਕਹੂੰਗਾ ਕਿ ਮੀਡੀਆ ਦੇ ਉੱਤੇ ਹਮਲਾ ਨਹੀਂ ਹੈਗਾ, ਡਾਇਰੈਕਟਲੀ ਤਾਂ ਐਦਾਂ ਕੋਈ ਹਮਲਾ ਨਹੀਂ ਦਿਖਦਾ ਹੁੰਦਾ ਕਦੇ ਵੀ। ਉਹ ਪਹਿਲਾਂ ਵੀ ਜਿਸ ਤਰ੍ਹਾਂ ਸਰਕਾਰਾਂ ਕੋਸ਼ਿਸ਼ਾਂ ਕਰਦੀਆਂ ਨੇ ਉਹ ਗਾਏ ਬਗਾਏ ਹੀ ਕਰਦੀਆਂ ਨੇ, ਕੋਈ ਹੋਰ ਚੀਜ਼ਾਂ ਦੇ ਰਾਹੀਂ ਤੁਹਾਨੂੰ ਗ੍ਰਿਲ ਕਰਦੀਆਂ। ਸੋ ਇਹ ਵੀ ਮਾਮਲਾ ਉਸੇ ਤਰ੍ਹਾਂ ਦਾ ਹੀ ਹੈ। ਠੀਕ ਹੈ ਕਿ ਇਹ ਵੱਡਾ ਇਸ਼ੂ ਸੀਗਾ, ਜੰਗੇ ਆਜ਼ਾਦੀ ਦੇ ਉੱਤੇ ਕਰੋੜਾਂ ਰੁਪਏ ਖਰਚ ਹੋਏ ਨੇ, ਲੋਕਾਂ ਦੇ ਸਾਹਮਣੇ ਇਹ ਆਣੀ ਹੀ ਚਾਹੀਦੀ ਹੈ ਗੱਲ, ਇਹਨੂੰ ਫਿਰ ਮੀਡੀਆ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਪਰ ਜਿਸ ਤਰ੍ਹਾਂ ਮੈਂ ਜਿਹੜੀ ਗੱਲ ਸੋਚ ਰਿਹਾ ਉਹ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਇੱਕ ਵੱਡੇ ਮੀਡੀਆ ਸਮੂਹ ਨੂੰ ਹੱਥ ਪਾਇਆ ਹੈ, ਮਤਲਬ ਸਰਕਾਰ ਨੇ, ਸੋ ਇਹ ਲੜਾਈ ਹੁਣ ਸਿੱਧਮ ਸਿੱਧੀ ਹੋ ਗਈ ਹੈ। ਇਹਦੇ ਵਿੱਚ ਹੁਣ ਵਿੱਚ ਵਾਲਾ ਕੁਝ ਨਹੀਂ ਹੈ, ਮਤਲਬ ਸਰਕਾਰ ਵਰਸਸ ਅਖਬਾਰ ਨਹੀਂ ਹੈ, ਇਹ ਭਗਵੰਤ ਮਾਨ ਵਰਸਸ ਬਰਜਿੰਦਰ ਸਿੰਘ ਹਮਦਰਦ ਹੋ ਗਿਆ। ਮੈਨੂੰ ਲੜਾਈ ਉਸ ਤਰ੍ਹਾਂ ਦੀ ਜਾਪ ਰਹੀ ਹੈ। ਇਹ ਵੀ ਇੱਕ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਆ ਸਾਡੇ ਸਮਿਆਂ ਦੇ ਵਿੱਚ ਦੇਖਣ ਨੂੰ ਮਿਲੀ ਆ ਕਿ ਜਿੱਥੇ ਮੀਡੀਆ ਨਾਲ, ਬਰਜਿੰਦਰ ਸਿੰਘ ਹਮਦਰਦ ਨਾਲ ਮੀਡੀਆ ਦੇ ਵੱਡੇ ਲੋਕ, ਚਲੋ ਅਸੀਂ ਤਾਂ ਉਸ ਗਿਣਤੀ 'ਚ ਨਹੀਂ ਆਉਂਦੇ, ਵੱਡੇ ਅਖਬਾਰਾਂ ਦੇ ਸੰਪਾਦਕ, ਬਹੁਤ ਵੱਡੇ ਪੱਤਰਕਾਰ, ਨਾਮਵਰ ਚੰਡੀਗੜ੍ਹ, ਜਲੰਧਰ ਦੇ, ਉਹ ਸਾਰੇ ਦੇ ਸਾਰੇ ਉਹਨਾਂ ਦੇ ਨਾਲ ਲਾਈਨ ਬਣ ਕੇ ਖੜੇ ਨਜ਼ਰ ਨਹੀਂ ਆਏ ਤੇ ਨਾ ਉਹਨਾਂ ਨੂੰ ਸੱਦਾ ਦੇ ਰਹੇ ਆ। ਇਹ ਵੀ ਇੱਕ ਪਹਿਲੂ ਹੈ। ਮੈਨੂੰ ਲੱਗਦਾ ਕਿ ਉਹਨਾਂ ਨੇ ਸੱਦਾ ਵੀ ਨਹੀਂ ਦਿੱਤਾ ਹੋਇਆ। ਅਸਲ 'ਚ ਦੇਖੋ, ਕੋਈ ਵੀ ਰੰਧਾਵਾ ਸਾਹਿਬ ਜਾਏਗਾ ਤਾਂ ਉਦੋਂ ਜਦੋਂ ਤੁਹਾਨੂੰ ਕੋਈ ਸੱਦਾ ਦੇਗਾ, ਬੁਲਾਏਗਾ ਉਹ ਆਪਣੇ ਪ੍ਰੋਗਰਾਮ 'ਚ। ਹੁਣ ਐਸੇ ਜਿਸ ਤਰ੍ਹਾਂ ਇਹਨ ਪੋਲੀਟੀਕਲ ਪਾਰਟੀਆਂ ਦੇ ਇਕੱਲੇ ਬੰਦੇ ਨੂੰ ਸੱਦਾ ਦਿੱਤਾ ਹੋਇਆ ਕਿ ਉਹ ਆਣ, ਤਾਂ ਇਸ ਕਰਕੇ ਉਹ ਗਏ ਨੇ। ਬਹੁਤ ਸਾਰੇ ਲੋਕਾਂ ਨੂੰ ਸੱਦਾ ਉਸ 'ਚ ਵੀ ਨਾ ਮਿਲਿਆ, ਉਹ ਤਾਂ ਨਹੀਂ ਗਏ। ਸੋ ਮੈਨੂੰ ਲੱਗਦਾ ਕਿ ਸ਼ਾਇਦ ਜਿਹੜੇ ਵੱਡੇ ਸੰਪਾਦਕ ਹੈਗੇ ਨੇ ਦੂਜੇ ਅਖਬਾਰਾਂ ਦੇ, ਉਹ ਇਸੇ ਕਰਕੇ ਇਸ ਦਾ ਹਿੱਸਾ ਨਹੀਂ ਬਣੇ ਹੋਏ। ਦੂਜੀ ਗੱਲ ਇਹਦੇ 'ਚ ਰੰਧਾਵਾ ਸਾਹਿਬ ਇਹ ਵੀ ਦੇਖਣ ਵਾਲੀ ਹੈਗੀ ਹੈ ਕਿ ਅੱਜ
ਕਿਹੜੇ ਪੋਲੀਟੀਕਲ ਪਾਰਟੀਆਂ ਦੇ ਬੰਦੇ ਉੱਥੇ ਹੋਣਗੇ, ਕਿਉਂਕਿ ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਹੈ, ਨੋ ਡਾਊਟ ਅਕਾਲੀ ਦਲ ਦੇ ਜਾਂ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਨੇ ਪਾਰਟਿਸਿਪੇਟ ਵੀ ਕਰਨਾ ਹੈ ਇੱਥੇ, ਤਾਂ ਉਹ ਤਾਂ ਇੱਥੇ ਹੋਣਗੇ। ਤਾਂ ਉੱਥੇ ਕੌਣ ਗਿਆ ਹੋਣਾ ਇਸ ਟਾਈਮ, ਕੀ ਕੋਈ ਗਿਆ ਹੈ? ਕਿਉਂਕਿ ਉਸ ਦਿਨ, ਜਿਸ ਦਿਨ 1 ਜੂਨ ਵਾਲੇ ਦਿਨ ਇਹ ਅਜੀਤ ਭਵਨ ਦੇ ਵਿੱਚ ਜਦੋਂ ਸਮਾਰੋਹ ਹੋਇਆ ਸੀ, ਉਦੋਂ ਤਾਂ ਬਹੁਤ ਸਾਰੇ ਜਣੇ ਨੇ ਕਿਹਾ ਸੀ ਵੀ ਅਸੀਂ ਵੱਡੇ ਵੱਡੇ ਕਾਫਲੇ ਲੈ ਕੇ ਤੁਹਾਡੇ ਨਾਲ ਚੱਲਾਂਗੇ। ਅੱਜ ਉਹ ਦਿਨ ਆ ਗਿਆ, ਅੱਜ ਉਹਨਾਂ ਦੇ ਬੋਲ ਕਿੰਨੇ ਕੀ ਪੁੱਗ ਰਹੇ ਨੇ, ਇਹਦਾ ਵੀ ਅੰਦਾਜ਼ਾ ਅੱਜ ਤੁਹਾਨੂੰ ਹੁਣੀ ਥੋੜੀ ਦੇਰ ਤੱਕ ਹੀ ਹੋ ਜਾਣਾ। ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਤਾਂ ਲੰਘੇ ਦਿਨ ਇਸ ਸੇਮ ਅਖਬਾਰ ਦੇ ਵਿੱਚ ਮੈਂ ਪੜ੍ਹ ਰਿਹਾ ਸੀਗਾ ਕਿ ਉਹਨਾਂ ਨੇ ਆਪਣੇ ਵਰਕਰਾਂ ਨੂੰ, ਲੀਡਰਾਂ ਨੂੰ ਇਹ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਆ ਕਿ ਤੁਸੀਂ ਲੀਡਰਾਂ ਨੂੰ ਕਿਹਾ ਸੀ ਕਿ ਪਹੁੰਚੋ ਤੇ ਆਪਣੇ ਸਾਥੀ ਲੈ ਕੇ ਪਹੁੰਚੋ, ਅਸੀਂ ਪੂਰੇ ਸਮਰਥਨ ਦੇ ਨਾਲ ਜਾਵਾਂਗੇ। ਔਰ ਇਹੋ ਜੀ ਗੱਲ ਕੁਝ ਹੋਰ ਲੋਕਾਂ ਵੱਲੋਂ ਵੀ ਆਈ, ਕੁਝ ਜਥੇਬੰਦੀਆਂ ਨੇ ਵੀ ਕਿਹਾ ਹੋਇਆ। ਕਰ ਉਹ ਅਲੱਗ ਇਸ਼ੂ ਹੈ, ਪਰ ਇਹ ਤਾਂ ਹੁਣ ਦੇਖਣਾ ਸ਼ੋਅ ਕਿਸ ਤਰ੍ਹਾਂ ਦਾ ਰਹਿੰਦਾ ਹੈ। ਮੈਂ ਭਾਸਕਰ ਸਾਹਿਬ ਤੁਹਾਨੂੰ ਜ਼ਰੂਰ ਪੁੱਛੂੰਗਾ ਆਖਰ ਦੇ ਵਿੱਚ ਕਿ ਬੀਜੇਪੀ ਦੇ ਗ੍ਰਹਿ ਮੰਤਰੀ, ਦੇਸ਼ ਦੇ ਬੀਜੇਪੀ ਦੇ ਵੱਡੇ ਆਗੂ ਅਮਿਤ ਸ਼ਾਹ ਕੱਲ ਗੁਰਦਾਸਪੁਰ ਚ ਸੀਗੇ। ਸਨੀ ਦਿਓਲ ਦੇ ਮੁੰਡੇ ਦਾ ਉਧਰ ਵਿਆਹ ਸੀ, ਉਹ ਮੈਂਬਰ ਪਾਰਲੀਮੈਂਟ ਨੇ, ਉਹ ਤਾਂ ਹੈ ਨਹੀਂ। ਇਹ ਦਿਨ ਅੱਗੇ ਪਿੱਛੇ ਵੀ ਕੀਤਾ ਜਾ ਸਕਦਾ ਹੈ। ਮੈਨੂੰ ਲੱਗਦਾ ਦਿਨ ਇਸੇ ਕਰਕੇ ਚੁਣਿਆ ਗਿਆ ਕਿ ਸਨੀ ਦਿਓਲ ਦੀ ਗੈਰ ਹਾਜ਼ਰੀ ਨੂੰ ਜਸਟੀਫਾਈ ਕੀਤਾ ਜਾ ਸਕੇ। ਔਰ ਸਨੀ ਦਿਓਲ ਹੁਣ ਇਸ ਸੀਟ ਦੇ ਉੱਤੋਂ ਅੱਗੇ ਉਮੀਦਵਾਰ ਨਹੀਂ ਹੋਣਗੇ, ਇਹ ਵੀ ਨਾਲ ਕਲੀਅਰ ਕਰਤਾ ਗਿਆ ਲਗਭਗ ਇਸ ਮੈਸੇਜ ਨਾਲ। ਆਪਾਂ ਇਸ ਗੱਲ ਨੂੰ ਸਾਰੀ ਨੂੰ ਪਾਸੇ ਰੱਖ ਦਈਏ ਤੇ ਬੜਾ ਰੌਲਾ ਪੈ ਗਿਆ ਕਿ ਇਹ ਤਾਂ ਪਾਇਲਟ ਨੇ ਜੀ ਕੇਜਰੀਵਾਲ ਦੇ, ਮੁੱਖ ਮੰਤਰੀ ਸਾਹਿਬ ਤਾਂ ਇਹ ਉਹਨਾਂ ਲਈ ਚੌਪਰ ਲੈ ਕੇ ਜਾਂਦੇ ਆ ਤੇ ਅੱਗੋਂ ਫਿਰ ਉਹ ਲੈ ਕੇ ਇਹ ਛੱਡਦੀ ਹੈ ਗੱਲ। ਲੇਕਿਨ ਜਿਹੜੀ ਚਿਰਾਂ ਤੋਂ ਪ੍ਰਸਤਾਵਿਤ ਇੱਕ ਮਾਰਚ ਹੈ ਨਸ਼ਿਆਂ ਦੇ ਖਿਲਾਫ, ਉਹਦੇ ਉੱਤੇ ਕੱਲ ਗੱਲ ਹੋਈ ਆ। ਬੀਜੇਪੀ ਪ੍ਰਧਾਨ ਨੇ ਵੀ ਕਿਤੇ ਜ਼ਿਕਰ ਕੀਤਾ ਹੈ ਕਿ ਅਸੀਂ ਬਹੁਤ ਜਲਦ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢਣ ਜਾ ਰਹੇ ਹਾਂ। ਉਹਦੇ ਉੱਤੇ ਹਲਕਾ ਜਿਹਾ ਇੱਕ ਚਾਨਣਾ ਪਾ ਦਿਓ, ਕਿਉਂਕਿ ਇਹਦੇ ਤੇ ਇੰਦਰਪ੍ਰੀਤ ਜੀ ਕੋਲ ਵੀ ਕੋਈ ਅੰਦਰ ਦੀ ਖਬਰ ਹੈ। ਗੁਰਦਾਸਪੁਰ ਹੀ ਕਿਉਂ ਚੁਣਿਆ ਗਿਆ, ਇਹਦੇ ਉੱਤੇ ਤੁਸੀਂ ਕਾਫੀ ਸਾਰੀ ਚੀਜ਼ਾਂ ਤੇ ਖੋਲ ਦਿੱਤੀਆਂ, ਪਰ ਉਸ ਤੋਂ ਬਾਅਦ 2 ਤੋਂ ਵੱਧ ਵਾਰ ਪ੍ਰਸਤਾਵਿਤ ਉਹ ਨਸ਼ਾ ਮੁਕਤੀ ਯਾਤਰਾ ਜਿਹੜੀ ਅਮਿਤ ਸ਼ਾਹ ਉਹਨਾਂ ਨੇ ਝੰਡੀ ਦੇਣੀ ਸੀ, ਉਹ ਨਹੀਂ ਹੋ ਪਾਈ। ਹੁਣ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਨੇ ਕੱਲ ਡਿਕਲੇਅਰ ਕਰਤਾ ਸੈਪਟੈਂਬਰ ਦੇ ਮਹੀਨੇ ਦੇ ਵਿੱਚ ਅਮਿਤ ਸ਼ਾਹ ਉਹਨਾਂ ਇਸ ਯਾਤਰਾ ਨੂੰ ਕਰਨਗੇ ਔਰ ਤਕਰੀਬਨ ਸਾਰੀ ਅਸੈਂਬਲੀ ਕੌਂਸਟੀਚੁਐਂਸੀਜ਼ ਦੇ ਵਿੱਚ ਇਹ ਯਾਤਰਾ ਕੱਢੀ ਜਾਏਗੀ ਔਰ ਇੱਕ ਜਗ੍ਹਾ ਜਾ ਕੇ ਇਕੱਠੀ ਹੋਏਗੀ। ਹਜੇ डिटेल्ड प्रोग्राम आना बाकी हैगा। और गुरदासपुर या फिर बॉर्डर एरिया दे विच गवर्नर साहब दे वो 2-3 विजिट उन्हां सारी गल्लां नूं क्लब कर लो ते अगे चल के नशा पंजाब दे विच वधिया होया है। ਇਹ ਇੱਕ ਇਸ਼ੂ ਉਹ 2024 ਦੀ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਪੁਰਜੋਰ ਤਰੀਕੇ ਨਾਲ ਉਭਾਰਨ ਵਾਲੀ ਹੈ। ਹਾਲਾਂਕਿ ਕੱਲ ਦੀ ਰੈਲੀ ਦੇ ਵਿੱਚ ਇੱਕੋ ਹੀ ਡਿਕਲੇਰੇਸ਼ਨ ਕੀਤੀ ਜਿਹੜੀ ਅਮਿਤ ਸ਼ਾਹ ਉਹਨਾਂ ਨੇ ਕੀਤੀ ਵੀ ਐਨਸੀਬੀ ਦਾ ਆਫਿਸ 1 ਮਹੀਨੇ ਦੇ ਅੰਦਰ ਅੰਮ੍ਰਿਤਸਰ ਦੇ ਵਿੱਚ ਖੁੱਲ ਜਾਏਗਾ। ਚੰਡੀਗੜ੍ਹ ਦੇ ਵਿੱਚ ਆਲਰੇਡੀ ਹੈਗਾ, ਅੰਮ੍ਰਿਤਸਰ ਦੇ ਵਿੱਚ ਖੁੱਲ ਜਾਏਗਾ। ਇਹਦੀ ਪਹਿਲੀ ਵਾਰ ਕੋਈ ਅਨਾਉਂਸਮੈਂਟ ਜਾਂ ਕੋਈ ਰਿਵੀਲ ਨਹੀਂ ਕੀਤੀ ਸੀਗੀ ਉਹਨਾਂ ਨੇ, ਪਰ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਐਨਸੀਬੀ ਦਾ ਆਫਿਸ ਖੁੱਲ ਰਿਹਾ ਹੈ। ਉਸ ਤੋਂ ਬਾਅਦ ਉਹ ਐਨਸੀਬੀ ਦਾ ਆਫਿਸ ਕਿ ਈਡੀ ਦੇ ਆਫਿਸ ਦੀ ਤਰ੍ਹਾਂ ਕਾਰਵਾਈ ਕਰੇਗਾ ਕਿ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਪੋਲੀਟੀਕਲ ਵੈਂਡੇਟਾ ਨਾ ਜਾਣੇ ਕਿਆ ਸਾਰੇ ਐਲੀਗੇਸ਼ਨ ਲੱਗਣੇ ਸ਼ੁਰੂ ਹੋ ਜਾਣਗੇ। ਇਹ ਤੇ ਹਜੇ ਦੂਰ ਦੀ ਗੱਲ ਹੈਗੀ ਹੈ, ਪਰ ਹਾਂ ਨਸ਼ਾ ਇੱਕ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣਨ ਵਾਲੀ ਹੈ ਜਿਹਨੂੰ ਬੀਜੇਪੀ ਬਣਾਉਣ ਵਾਲੀ ਹੈ। ਇਹਦਾ ਇੰਡੀਕੇਸ਼ਨ ਕੱਲ ਅਮਿਤ ਸ਼ਾਹ ਹੋਣਾ ਦੇ ਗਏ। ਇੰਦਰਪ੍ਰੀਤ ਜੀ, ਤੁਹਾਡੇ ਕੋਲ ਪੁਰਾਣੀਆਂ ਖਬਰਾਂ ਦੇ ਆਧਾਰ ਤੇ ਇਹ ਕਨਸੋਵਾਂ ਦੱਸੀ ਗਈਆਂ ਕਿ ਬੀਜੇਪੀ ਪੰਜਾਬ ਦੇ ਵਿੱਚ ਗਹਿ ਗੱਚ ਚੋਣ ਮੁਹਿੰਮ ਚਲਾਉਣ ਵਾਲੀ ਹੈ ਤੇ ਹੁਣ ਇਹ ਜਿਹੜਾ ਨਸ਼ਾ ਵਿਰੋਧੀ ਮਾਰਚ ਹੈ, ਇਹ ਮੁਹਿੰਮ ਆ, ਇਹਨਾਂ ਦੋਨਾਂ ਨੂੰ ਕਲੱਬ ਕਰਕੇ ਬਹੁਤ ਥੋੜੇ ਸਮੇਂ ਦੇ ਵਿੱਚ 1-ਅੱਧ ਮਿੰਟ ਦੇ ਵਿੱਚ ਹੀ ਇਹਦੀ ਵਿਆਖਿਆ ਦੇ ਦਿਓ। ਰੰਧਾਵਾ ਸਾਹਿਬ ਦੇਖੋ, ਹੁਣੀ ਥੋੜੀ ਦੇਰ ਬਾਅਦ ਜਦੋਂ ਹੁਣ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਇਸ ਤੋਂ ਥੋੜੀ ਦੇਰ ਬਾਅਦ ਹੀ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਵਾਲੇ ਨੇ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਸ਼ਾਇਦ ਇਹਦੀ ਡਿਟੇਲ ਜਿਹੜਾ ਬਲੂ ਪ੍ਰਿੰਟ ਹੈਗਾ ਉਹ ਸਾਰਾ ਦਿੱਤਾ ਜਾਏਗਾ ਕਿ ਇਹ ਮੁਹਿੰਮ ਚਲਾਣੀ ਕਿਸ ਤਰ੍ਹਾਂ, ਅਸੀਂ ਕਿੱਥੋਂ ਸਟਾਰਟ ਕਰੇਗੀ, ਕੌਣ ਸਟਾਰਟ ਕਰੇਗਾ ਔਰ ਕਿਵੇਂ ਜਾਏਗੀ, ਕਿੱਥੇ ਮਿਲਾਂਗੇ। ਜਿਵੇਂ ਭਾਸਕਰ ਸਾਹਿਬ ਨੇ ਕਿਹਾ ਵੀ ਸਾਰੇ ਪਾਰਲੀਮੈਂਟਰੀ ਜਿਹੜੇ ਏਰੀਆਜ਼ ਹੈਗੇ ਨੇ ਉਹਨਾਂ ਦੇ ਵਿੱਚ ਜਾ ਕੇ ਇਕੱਠੇ ਕਿੱਥੇ ਹੋਣਾ, ਉਹ ਇੱਕ ਪੂਰਾ ਬਲੂ ਪ੍ਰਿੰਟ ਹੁਣੀ ਥੋੜੀ ਦੇਰ ਤੱਕ ਦਿੱਤਾ ਜਾਏਗਾ। ਪਰ ਇਹਦੇ ਵਿੱਚ ਮੈਨੂੰ ਜਿਹੜੀ ਇੰਟਰਸਟਿੰਗ ਚੀਜ਼ ਇਹ ਲੱਗੀ ਸੀ ਕਿ ਉਹ ਬਿਲਕੁਲ ਇਹ ਹੈਗੀ ਹੈ ਕਿ ਪੰਜਾਬ ਨੂੰ ਪਹਿਲੀ ਵਾਰ ਬੀਜੇਪੀ ਨੇ ਫੋਕਸ ਕੀਤਾ, ਬਹੁਤ ਵੱਡੇ ਸਕੇਲ ਤੇ ਫੋਕਸ ਕੀਤਾ ਹੈ ਔਰ ਪਹਿਲਾਂ ਉਹ ਆਪਣਾ ਵਾਟਰ ਟੈਸਟ ਕਰੇਗੀ, ਉਸ ਤੋਂ ਬਾਅਦ ਹੀ ਮੈਨੂੰ ਲੱਗਦਾ ਕਿ ਉਹ ਜਿਹੜਾ ਅਕਾਲੀ ਦਲ ਨਾਲ ਸਮਝੌਤਾ ਕਰਨਾ ਹੈ ਜਾਂ ਨਹੀਂ ਕਰਨਾ ਇਸ ਦੇ ਉੱਤੇ ਜਾਏਗੀ। ਕਿਉਂਕਿ ਜਿਹੜਾ ਡਰੱਗਸ ਦਾ ਇਸ਼ੂ ਹੈਗਾ ਇਹ ਪੰਜਾਬ ਦਾ ਬਹੁਤ ਹੀ ਸੰਵੇਦਨਸ਼ੀਲ ਇਸ਼ੂ ਹੈ
और जिस तरह अमित शाह होਰਾਂ ने ये इंडिकेशन दी है कि वो खुद सारे पार्लीमेंट ਜਿਹੜੇ सीटां हैगियां ने ਉਹ ਤੇ ਜਾਣਗੇ, ਕੱਲਾ रैलियां नहीं करनगे, चौपाਲਾਂ 'ਚ बैठ के लोकां नाल ਉਹਨਾਂ ਦੀ समस्या हल ਕਰਨ ਦੀ नहीं, पहले पूछणगे कि है की है और ਉਹਨੂੰ ਆਪਾਂ हल किस तरह करना है। ਇਹ भी एक प्रोग्राम का हिस्सा पहला तैयार किया गया सी, ਉਹ ਹੁਣ क्योंकि ਸਤੰਬਰ अक्टूबर ਦੇ ਵਿੱਚ ਹੀ ਹੋਰ 4-5 ਸਟੇਟਾਂ ਦੇ ਵਿੱਚ ਇਲੈਕਸ਼ਨ ਨੇ, कि ਉਹਨਾਂ करके ਉਹ चेंज ਤਾਂ नहीं करता गया। ਇਹ देखण वाली गल होगी, क्योंकि पहला ਜਿਹੜਾ ਬਣਿਆ ਸੀ ਉਹਦੇ ਵਿੱਚ ਇਹ ਸੀ कि हर पार्लीमेंटरी ਜਿਹੜਾ ਇੱਕ ਹੋਏਗਾ सीट ਉਹਦੇ ਤੇ ਇੱਕ रैली होएगी ਜਿਹਨੂੰ अमित शाह संबोधित करेंगे, प्लस नाल ही एक चौपाल मीटिंग भी करा करेंगे। जिस तरह गवर्नर साहब भी तुसीं देख ही रहे हो सारे बॉर्डर के डिस्ट्रिक्ट्स ਦੇ ਵਿੱਚ ਜਾ ਕੇ ਉੱਥੇ ਦੇ ਸਰਪੰਚਾਂ ਨਾਲ ਜਾਂ ਹੋਰ ਜਿਹੜੇ ਵੱਡੇ ਲੋਕ ਹੈਗੇ ਨੇ ਉਹਨਾਂ ਨਾਲ ਜਾਂ ਪੀੜਤਾਂ ਨਾਲ ਇਹ ਗੱਲਾਂ ਡਰੱਗਸ ਦੇ ਉੱਤੇ ਕਰ ਰਹੇ ਆ। ਸੋ ਇਸੇ ਤਰ੍ਹਾਂ ਦਾ ਹੀ ਇੱਕ ਮਾਹੌਲ ਅਮਿਤ ਸ਼ਾਹ ਹੋਰੀ ਆ ਕੇ ਇੱਥੇ ਬਣਾਉਣਗੇ, ਇਹ ਉਹਨਾਂ ਦੀ ਕੋਸ਼ਿਸ਼ ਸੀ ਪਹਿਲਾਂ ਵਾਲੇ ਪ੍ਰੋਗਰਾਮ 'ਚ। ਲੇਕਿਨ ਕਿਉਂਕਿ ਉਸ ਤੋਂ ਬਾਅਦ ਅੰਮ੍ਰਿਤਪਾਲ ਵਾਲਾ ਇਸ਼ੂ ਆ ਗਿਆ, ਹੋਰ ਕਈ ਹਿਮਾਚਲ ਤੇ ਗੁਜਰਾਤ ਦੀਆਂ ਇਲੈਕਸ਼ਨ ਆ ਗਈਆਂ, ਸੋ ਇਹ ਪਿੱਛੇ ਪੈਂਦਾ ਰਿਹਾ ਤੇ ਹੁਣ ਫਿਰ ਇਲੈਕਸ਼ਨਸ ਅੱਗੇ ਆ ਰਹੇ ਨੇ ਉਹਨਾਂ ਦੇ। ਤਾਂ ਮੈਨੂੰ ਲੱਗਦਾ ਕਿ ਸ਼ਾਇਦ ਥੋੜਾ ਬਹੁਤ ਫੇਰ ਬਦਲ ਕਰਕੇ ਅੱਜ ਇਹਦਾ ਬਲੂਪ੍ਰਿੰਟ ਜਿਹੜਾ ਹੈਗਾ ਉਹ ਥੋੜੀ ਦੇਰ ਤੱਕ ਆ ਜਾਏਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ।